ਸਵਾਗਤ ਹੈ ਤੁਹਾਡਾ ਬਾਈਨਰੀ ਸਟਰਕਚਰ ਦੇਖ ਰਹੇ ਹੋ। ਇਸ ਵੀਡੀਓ ਦੇ ਵਿੱਚ ਆਪਾਂ ਚੰਡੀਗੜ੍ਹ ASI ਦਾ ਪੇਪਰ ਹੈ ਜਿਹੜਾ 2022 ਦੇ ਵਿੱਚ ਹੋਇਆ ਸੀ, ਉਹਦੇ ਵਿੱਚ ਆਪਾਂ ਕੰਪਿਊਟਰ ਦੇ ਜਿਹੜੇ ਸਵਾਲ ਪੁੱਛੇ ਗਏ ਸੀ ਉਹ ਡਿਸਕਸ ਕਰਾਂਗੇ, ਉਹਨਾਂ ਦੇ ਸੋਲੂਸ਼ਨ ਦੇਖਾਂਗੇ ਕੀ ਸੀ। ਇਸ ਪੇਪਰ ਦਾ ਥੋੜਾ ਜਿਹਾ ਲੈਵਲ ਜ਼ਿਆਦਾ ਹੁੰਦਾ ਹੈ, ਤਾਂ ਇਹ ਦੋ ਪਾਰਟਸ ਦੇ ਵਿੱਚ ਆਪਾਂ ਕੁਐਸਚਨ ਦੇਖਾਂਗੇ। ਪਹਿਲੇ ਪਾਰਟਸ ਦੇ ਕੁਐਸਚਨ ਨੇ ਜਿਹੜੇ ਉਹ ਬਿਲਕੁਲ ਮੈਚ ਕਰਦੇ ਨੇ ਜਿਵੇਂ PSSB ਦੇ ਐਗਜ਼ਾਮ ਹੁੰਦੇ ਨੇ ਪੰਜਾਬ ਦੇ ਵਿੱਚ, ਜਾਂ ਜਿਵੇਂ ਹੁਣ ਰੀਸੈਂਟਲੀ ਆਪਣੇ ਕਾਂਸਟੇਬਲ ਦਾ ਪੇਪਰ ਚੱਲ ਰਿਹਾ, ਉਹਦੇ ਲਈ ਤੁਸੀਂ ਇਹ ਦੇਖ ਸਕਦੇ ਹੋ। ਪਹਿਲਾ ਪਾਰਟ ਹੈ ਨਾ। ਦੂਜਾ ਪਾਰਟ ਜਿਹੜਾ ਆਪਾਂ ਡਿਸਕਸ ਕਰਾਂਗੇ ਉਹਦੇ ਵਿੱਚ ਐਕਸਲ ਦੇ ਫਾਰਮੂਲੇਜ਼ ਕਾਫੀ ਪੁੱਛੇ ਗਏ ਨੇ, ਹਨਾ। ਸੋ ਲੈਵਲ ਆਪਾਂ ਤੁਸੀਂ ਸਕਿਪ ਕਰਨਾ ਕਰ ਸਕਦੇ ਹੋ। ਅਗਰ ਅਦਰਵਾਈਜ਼ ਜੇਕਰ ਤੁਹਾਨੂੰ ਲੱਗਦਾ ਵੀ ਕੁਛ ਨਾ ਕੁਛ ਦੇਖ ਕੇ ਆਪਾਂ ਨੂੰ ਨੌਲੇਜ ਹੀ ਮਿਲਦੀ ਹੈ, ਤੁਸੀਂ ਦੇਖ ਸਕਦੇ ਹੋ। ਤੇ ਜਿਹੜੇ ਬਾਕੀ ਇਸ ਤੋਂ ਜ਼ਿਆਦਾ ਲੈਵਲ ਦੇ ਐਗਜ਼ਾਮ ਨੇ, ਜਿਵੇਂ ਆਪਾਂ ਕਹਿ ਦਈਏ SI ਵਾਲੇ, ਉਹ ਜ਼ਰੂਰ ਦੇਖਿਓ ਇਹ ਵੀਡੀਓ। ਵੈਸੇ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਪੁਰਾਣਾ ਐਗਜ਼ਾਮ ਹੈ, ਆਪਾਂ ਨੂੰ ਬਾਹਲਾ ਟਾਈਮ ਤਾਂ ਨਹੀਂ ਲੱਗਦਾ, 15-20 ਮਿੰਟ ਦੀ ਵੀਡੀਓ ਹੁੰਦੀ ਹੈ। ਹਰ ਵੀਡੀਓ ਦੇ ਵਿੱਚ ਆਪਾਂ ਨੂੰ ਆਈਡੀਆ ਹੋ ਜਾਂਦਾ ਹੈ। ਕੁਐਸਚਨ ਜ਼ਰੂਰ ਦੇਖਣੇ ਚਾਹੀਦੇ ਨੇ, ਪਰ ਫਿਰ ਵੀ ਅਗਰ ਤੁਸੀਂ ਚਾਹੁੰਦੇ ਹੋ ਵੀ ਟਫ ਲੈਵਲ ਦਾ ਨਹੀਂ ਕਰਨਾ ਆਪਾਂ, ਤਾਂ ਤੁਸੀਂ ਜਿਹੜਾ ਪਾਰਟ 2 ਹੋਊਗਾ ਉਹ ਸਕਿਪ ਕਰ ਸਕਦੇ ਹੋ। ਪਾਰਟ 1 ਸਾਰੇ ਦੇਖਿਓ। ਕਾਂਸਟੇਬਲ ਦਾ ਪੇਪਰ ਦੇਣਾ ਹੈ, ਚਾਹੇ PSSB ਦਾ ਦੇਣਾ ਹੈ, ਤੇ ਜਿਹੜਾ ਨਾ ASI ਦਾ ਦੇਣਾ ਹੈ, ਹੁਣੀ ਪੇਪਰ ਹੋਣਾ ਹੈ ਨਾ ਥੋੜੇ ਦਿਨਾਂ ਤੱਕ, ਉਹਦਾ ਤੁਸੀਂ ਜ਼ਰੂਰ ਦੇਖਿਓ। ਸੋ ਸਟਾਰਟ ਕਰਦੇ ਹਾਂ ਆਪਾਂ, ਦੇਖਦੇ ਹਾਂ ਕੱਲਾ ਕੱਲਾ ਸਵਾਲ। ਇਹ ਮੇਰਾ ਪ੍ਰੋਫਾਈਲ ਹੈ, ਤੁਸੀਂ ਬਹੁਤ ਸਾਰੇ ਜਿਹੜੇ ਨਵੇਂ ਜੁੜੇ ਹੋ ਉਹ ਦੇਖ ਸਕਦੇ ਹੋ, ਪੁਰਾਣੇ ਬੱਚੇ ਜਾਣਦੇ ਹੀ ਨੇ, ਹਨਾ। ਸੋ ਪਹਿਲਾ ਸਵਾਲ ਹੈ, ਜਿਵੇਂ ਕਹਿੰਦਾ ਵਿਚ ਆਫ ਦੀ ਫੋਲੋਇੰਗ ਸਿਟੀ ਇਜ਼ ਆਲਸੋ ਇਨਕਲੂਡਡ ਇਨ ਰੀਸੈਂਟਲੀ ਲਾਂਚਡ ਫਸਟ ਫੇਜ਼ ਆਫ 5G ਸਰਵਿਸਿਜ਼। ਇਹ 2022 ਦੇ ਵਿੱਚ ਆਇਆ ਸੀ, ਹਨਾ। ਤੇ ਇਹ ਮੈਂ ਇਹਨੂੰ ਵੈਸੇ ਹੀ ਕੰਪਿਊਟਰ ਦੇ ਵਿੱਚ ਰੱਖ ਲਿਆ। ਇਹ ਕੰਪਿਊਟਰ ਦਾ ਸਵਾਲ ਨਹੀਂ ਹੈ, ਇਹ ਸਵਾਲ ਹੈਗਾ ਜਿਹੜਾ ਇਹ ਕਰੰਟ ਅਫੇਅਰ ਦਾ ਸਵਾਲ ਹੈ। ਤੇ 5G ਸਰਵਿਸਿਜ਼ ਮੋਬਾਈਲ ਫੋਨ ਨਾਲ ਡੀਲ ਕਰਦਾ ਕੰਪਿਊਟਰ ਦੇ ਨਾਲ, ਤਾਂ ਕਰਕੇ ਆਪਾਂ ਇੱਥੇ ਰੱਖ ਲਿਆ, ਹਨਾ। ਸੋ ਇਸ ਦਾ ਦੇਖਦੇ ਆਪਾਂ ਪਹਿਲਾਂ 5G ਕਦੋਂ ਲਾਂਚ ਹੋਇਆ। 5G ਹੈਗਾ ਜਿਹੜਾ 5th ਜਨਰੇਸ਼ਨ ਸੈਲੂਲਰ ਨੈਟਵਰਕ ਟੈਕਨੋਲੋਜੀ ਹੈ। ਬੇਸਿਕਲੀ 2019 ਚ ਡਿਪਲੋਏ ਹੋਇਆ, ਤੇ ਸਭ ਤੋਂ ਪਹਿਲਾਂ ਇਹ ਪੁੱਛ ਸਕਦਾ ਕਿੱਥੇ ਡਿਪਲੋਏ ਹੋਇਆ। ਸਾਊਥ ਕੋਰੀਆ ਦੇ ਵਿੱਚ 2019 ਦੇ ਵਿੱਚ। ਇਹ ਇੰਪੋਰਟੈਂਟ ਹੈ, ਯਾਦ ਰੱਖਣ ਵਾਲੀ। GK ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਤੇ ਇੰਡੀਆ ਦੇ ਵਿੱਚ ਕਦੋਂ ਲਾਂਚ ਹੋਇਆ? ਇਹ ਅਕਤੂਬਰ 2022 ਦੇ ਵਿੱਚ ਨਰਿੰਦਰ ਮੋਦੀ ਨੇ ਲਾਂਚ ਕੀਤਾ ਸੀ, ਹਨਾ। ਤੇ ਸਭ ਤੋਂ ਪਹਿਲਾਂ ਕਿਹੜੇ ਆਪਣੇ ਕੋਲੇ ਕਹਿ ਸਕਦੇ ਆ ਸਰਵਿਸ ਪ੍ਰੋਵਾਈਡਰ? ਜੀਓ, ਰਿਲਾਇੰਸ ਜੀਓ ਤੇ ਭਾਰਤੀ ਏਅਰਟੈਲ, ਇਹਨਾਂ ਦੋ ਆਪਾਂ ਕਹਿ ਸਕਦੇ ਹਾਂ ਸਰਵਿਸ ਪ੍ਰੋਵਾਈਡਰ ਦੁਆਰਾ ਹੀ 5G ਲਾਂਚ ਕੀਤਾ ਸੀ। ਤੇ ਇਹ ਤੁਸੀਂ ਦੇਖਿਆ ਹੀ ਹੋਣਾ, ਟਾਈਮਜ਼ ਆਫ ਇੰਡੀਆ ਦੀ ਨਿਊਜ਼ ਹੈ, ਜਿਹੜੇ ਬੱਚੇ ਨਿਊਜ਼ਪੇਪਰ ਪੜ੍ਹਦੇ ਨੇ। ਪਹਿਲੇ ਫੇਜ਼ ਦੇ ਵਿੱਚ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਗੁੜਗਾਉਂ, ਪੂਨੇ, ਬੰਗਲਾਦੇਸ਼ ਤਾਂ ਇੰਡੀਆ 'ਚ ਹੀ ਨਹੀਂ ਆਉਂਦਾ, ਬੈਂਗਲੌਰ, ਚੰਡੀਗੜ੍ਹ, ਜਮਨਾਨਗਰ, ਅਹਿਮਦਾਬਾਦ, ਹੈਦਰਾਬਾਦ, ਲਖਨਊ ਐਂਡ ਗਾਂਧੀਨਗਰ, ਇਹਨਾਂ ਫੇਜ਼ਸ ਦੇ ਵਿੱਚ ਸੀਗਾ ਜਿਹੜਾ ਆਪਣਾ ਲਾਂਚ ਕੀਤਾ ਸੀ। ਤਾਂ ਆਪਾਂ ਨੂੰ ਜਮਨਾਨਗਰ ਆਪਸ਼ਨ ਦੇ ਵਿੱਚ ਹੈਗਾ, ਤਾਂ ਆਪਣਾ ਜਿਹੜਾ ਆਨਸਰ ਹੈ ਫਿਰ ਇਹ ਜਮਨਾਨਗਰ ਹੋ ਜਾਊਗਾ B। ਤਾਂ ਇਹ ਤੁਸੀਂ ਨਿਊਜ਼ਪੇਪਰ, GK ਵਗੈਰਾ, ਕਰੰਟ ਅਫੇਅਰ ਵਗੈਰਾ ਅਗਰ ਨਹੀਂ ਪੜ੍ਹਦੇ ਤਾਂ ਨਿਊਜ਼ਪੇਪਰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਨਾਂ ਦੇ ਵਿੱਚੋਂ ਹੀ ਕਰੰਟ ਜ਼ਿਆਦਾਤਰ ਪਾ ਦਿੱਤੇ ਜਾਂਦੇ ਨੇ, ਠੀਕ ਹੈ। ਸੋ ਜੇ ਹੁਣ ਆਪਾਂ ਇਸ ਤੋਂ ਇਲਾਵਾ ਕੁਝ ਫੈਕਟਸ ਦੇਖੀਏ ਸੈਲੂਲਰ ਨੈਟਵਰਕ ਤੇ, ਇਹ ਪੁੱਛਿਆ ਜਾ ਸਕਦਾ ਆਪਾਂ ਨੂੰ ਵੀ ਫਰਸਟ ਕਮਰਸ਼ੀਅਲ ਸੈਲੂਲਰ ਨੈਟਵਰਕ ਕਿਹੜਾ ਸੀ? ਉਹ 1G ਸੀ। ਇਸ ਤੋਂ ਪਹਿਲਾਂ 0G ਵੀ ਮੰਨਿਆ ਜਾਂਦਾ, ਪਰ 1G ਤੋਂ ਹੀ ਕਮਰਸ਼ੀਅਲ ਸੈਲੂਲਰ ਨੈਟਵਰਕ ਮੰਨਿਆ ਜਾਂਦਾ। ਤੇ 1979 ਜਾਪਾਨ ਦੇ ਵਿੱਚ ਇਹ ਲਾਂਚ ਕੀਤਾ ਸੀ। ਐਨਾਲੌਗ ਸੀਗਾ ਇਹ ਡਿਜੀਟਲ ਨਹੀਂ ਸੀ, ਐਨਾਲੌਗ ਸੀ। ਤੇ ਕਿਹਨੇ NTT ਦੁਆਰਾ ਲਾਂਚ ਕੀਤਾ ਸੀ? ਨਿਪੋਨ ਟੈਲੀਗ੍ਰਾਫ ਐਂਡ ਟੈਲੀਫੋਨ। ਇਹ ਵੀ ਯਾਦ ਰੱਖਣਾ, ਠੀਕ ਆ। ਜੇ ਆਪਾਂ ਨੂੰ ਪੁੱਛ ਲਏ ਵੀ ਫਰਸਟ ਕਮਰਸ਼ੀਅਲ ਡਿਜੀਟਲ, ਇਹ ਤਾਂ ਸੀਗਾ ਐਨਾਲੌਗ 1G, 2G ਸੀਗਾ ਡਿਜੀਟਲ, ਤਾਂ ਇਹ ਸੈਕੰਡ ਜਨਰੇਸ਼ਨ ਸੀਗਾ ਜਿਹੜਾ ਡਿਜੀਟਲ ਸੀ, ਹੈ ਨਾ। 1991 ਦੇ ਵਿੱਚ ਫਿਨਲੈਂਡ ਦੇ ਵਿੱਚ। ਆਹ ਦੇਖੋ, ਦੋਨੇ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਚਾਹੇ ਆਪਾਂ ਕਾਂਸਟੇਬਲ ਦੀ ਗੱਲ ਕਰੀਏ, ਚਾਹੇ ਕੋਈ ਵੀ ਪੇਪਰ ਦੇ ਵਿੱਚ ਇਹ ਪੁੱਛੀ ਜਾ ਸਕਦੀ ਚੀਜ਼ ਆਪਾਂ ਨੂੰ। 1991 ਫਿਨਲੈਂਡ, ਡਿਜੀਟਲ ਸੀਗਾ ਇਹ। ਤੇ ਰੇਡੀਓ ਲਿੰਜਾ ਨੈਟਵਰਕ ਸੀ ਜਿਹੜਾ ਅੱਜ ਕੱਲ ਲੀਜ਼ਾ ਉਸ ਦਾ ਪਾਰਟ ਹੈ, ਠੀਕ ਹੈ, ਸਰਵਿਸ ਪ੍ਰੋਵਾਈਡਰ ਸੀਗਾ ਇਹ। ਤਾਂ ਵਰਲਡ ਫਸਟ GSM ਫੋਨ ਕਾਲ ਵਾਜ਼ ਮੇਡ ਔਨ ਰੇਡੀਓ ਲਿੰਜਾ ਨੈਟਵਰਕ ਇਨ 1991। ਇਹ ਵੀ ਆਪਾਂ ਨੂੰ ਸਵਾਲ ਬਣ ਸਕਦਾ। ਦੂਸਰਾ ਸਵਾਲ, ਹੁਣ ਕੰਪਿਊਟਰ ਦੇ ਮੇਨ ਸਵਾਲ ਆ ਗਏ। ਕਹਿੰਦਾ ਇਨ ਵਿੰਡੋਜ਼ ਆਪਰੇਟਿੰਗ ਸਿਸਟਮ ਏ ਕੌਨਫੀਡੈਂਸ਼ੀਅਲ ਫਾਈਲ ਨੀਡ ਟੂ ਬੀ ਡਿਲੀਟਡ ਫਰੋਮ ਵਰਕ ਸਟੇਸ਼ਨ। ਕਹਿੰਦਾ ਵਿੰਡੋਜ਼ ਆਪਰੇਟਿੰਗ ਸਿਸਟਮ ਦੇ ਵਿੱਚ ਕੌਨਫੀਡੈਂਸ਼ੀਅਲ ਫਾਈਲ ਕਿਹੜੀ ਹੁੰਦੀ ਹੈ? ਜਿਹੜੀ ਕਿਸੇ ਨੂੰ ਹੋਰ ਨਾ ਦਿਖਾਉਣੀ ਹੋਵੇ। ਜਿਵੇਂ ਤੁਹਾਡੀ ਸਿਗਨੇਚਰ ਹੋ ਗਿਆ, ਤੁਹਾਡਾ ਰਿਜ਼ਲਟ ਹੋ ਗਿਆ, ਤੁਹਾਡਾ ਥੀਸਿਸ ਹੋ ਗਿਆ, ਕੌਨਫੀਡੈਂਸ਼ੀਅਲ ਹੈ। ਆਪਾਂ ਕਿਤੋਂ ਪ੍ਰਿੰਟ ਕਰਾਉਣ ਜਾਂਦੇ ਹਾਂ, ਆਪਾਂ ਚਾਹੁੰਦੇ ਹਾਂ ਵੀ ਸਾਡਾ ਡਿਲੀਟ ਕੀਤਾ ਜਾਵੇ, ਹੈ ਨਾ। ਤਾਂ ਮੋਸਟ ਇਫੈਕਟਿਵ ਵੇ ਕੀ ਹੈ? ਦੇਖੋ, ਇਹ ਰੱਟਾ ਮਾਰਨ ਵਾਲਾ ਸਵਾਲ ਨਹੀਂ ਹੈਗਾ, ਇਹ ਥੋੜਾ ਜਿਹਾ ਟੈਕਨੀਕਲ ਸਵਾਲ ਕਹਿ ਸਕਦੇ ਹਾਂ, ਜਾਂ ਕਨਸੈਪਚੁਅਲ ਵੇਸ ਦੇ ਆਪਾਂ ਕਹਿ ਸਕਦੇ ਹਾਂ। ਥੋੜੀ ਜਿਹੀ ਆਪਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ। ਰੀਨੇਮ ਫਾਈਲ, ਫਾਈਲ ਦਾ ਨਾਮ ਬਦਲ ਦਿਆਂਗੇ, ਫਾਈਲ ਤਾਂ ਉੱਥੇ ਹੀ ਪਈ ਹੈ, ਤਾਂ ਇਹ ਆਨਸਰ ਨਹੀਂ ਹੈ। ਕੰਪਰੈਸ ਦਾ ਫਾਈਲ ਐਂਡ ਬੈਕਅਪ ਦੀ ਟੇਪ, ਫਾਈਲ ਦਾ ਕਹਿੰਦਾ ਸਾਈਜ਼ ਘਟਾ ਦਿਓ,
ਤੇ ਟੇਪ ਤੇ ਬੈਕਅਪ ਕਰਦੇ, ਇਹਦਾ ਵੀ ਕੋਈ ਹੱਲ ਸੋਲੂਸ਼ਨ ਨਹੀਂ ਹੈ। ਕਾਪੀ ਐਂਡ ਪੇਸਟ ਦਾ ਫਾਈਲ ਇਨਟੂ ਰੀਸਾਈਕਲ ਬਿਨ, ਕਾਪੀ ਕਰਕੇ ਪੇਸਟ ਕਰ ਦਿਓ। ਜਦ ਮੰਨ ਲਓ ਇੱਥੇ ਪਈ ਹੈ ਫਾਈਲ ਦਾ ਨਾਮ ਹੈਗਾ F1, ਆ ਹੈਗਾ ਰੀਸਾਈਕਲ ਬਿਨ। ਪਹਿਲਾਂ ਤਾਂ ਰੀਸਾਈਕਲ ਬਿਨ ਬਾਰੇ ਦੱਸਦਾ, ਜਿੰਨੀਆਂ ਵੀ ਡਿਲੀਟਡ ਫਾਈਲਸ ਨੇ ਸਵਾਲ ਬਣ ਸਕਦਾ ਜੇਕਰ ਕੰਪਿਊਟਰ ਦੇ ਵਿੱਚੋਂ ਫਾਈਲਾਂ ਡਿਲੀਟ ਕਰਦੇ ਆ ਤਾਂ ਕਿੱਥੇ ਜਾਂਦੀਆਂ ਨੇ, ਰੀਸਾਈਕਲ ਬਿਨ ਦੇ ਵਿੱਚ। ਜੇ ਈਮੇਲ ਦੇ ਵਿੱਚੋਂ ਈਮੇਲਸ ਡਿਲੀਟ ਕਰਦੇ ਆ ਉਹ ਕਿੱਥੇ ਜਾਂਦੀਆਂ ਨੇ, ਟਰੈਸ਼ ਦੇ ਵਿੱਚ ਜਾਂਦੀਆਂ ਨੇ। ਯਾਦ ਰੱਖਣੀ ਹੈ ਗੱਲ, ਹੈ ਨਾ। ਤਾਂ ਰੀਸਾਈਕਲ ਬਿਨ ਹਰ ਇੱਕ ਡਰਾਈਵ ਦਾ ਰੀਸਾਈਕਲ ਬਿਨ ਹੁੰਦਾ ਤੇ ਆਪਾਂ ਨੂੰ ਸ਼ੋਅ ਕਰਦਾ ਹੁੰਦਾ ਬਾਹਰ ਇੱਕੋ ਹੀ ਸਿੰਗਲ ਰੀਸਾਈਕਲ ਬਿਨ। ਤਾਂ ਜਦੋਂ ਅਸੀਂ ਫਾਈਲ ਇੱਥੋਂ ਡਿਲੀਟ ਕਰ ਦਾਂਗੇ ਤਾਂ ਫਾਈਲ ਦਾ ਇੱਥੋਂ ਪੁਆਇੰਟਰ ਡਿਲੀਟ ਹੋ ਜਾਂਦਾ, ਉਹਦਾ ਲਿੰਕ ਫਾਈਲ ਉੱਥੇ ਹੀ ਰਹਿੰਦੀ ਆ, ਉਹ ਰੀਸਾਈਕਲ ਬਿਨ 'ਚ ਚੱਲ ਜਾਂਦੀ ਹੈ। ਕਿਉਂ? ਸਿਕਿਉਰਿਟੀ ਤਾਂ ਨਹੀਂ ਕਹਿ ਸਕਦੇ ਇਹਨੂੰ ਆਪਾਂ, ਇਹ ਕਹਿ ਸਕਦੇ ਹਾਂ ਵੀ ਇੱਕ ਬੈਕਅਪ ਪ੍ਰੋਵਾਈਡ ਕਰਦਾ। ਜੇ ਅਸੀਂ ਗਲਤੀ ਨਾਲ ਡਿਲੀਟ ਕਰਤੀ ਤਾਂ ਰੀਸਾਈਕਲ ਬਿਨ ਦੇ ਵਿੱਚੋਂ ਓਪਨ ਕਰਕੇ ਆਪਾਂ ਫਾਈਲ ਨੂੰ ਰੀਸਟੋਰ ਕਰ ਸਕਦੇ ਹਾਂ। ਤਾਂ ਜੇ ਅਸੀਂ ਇਹਨੂੰ ਵੀ ਐਮਪਟੀ ਕਰ ਦਾਂਗੇ ਫਿਰ ਇਹ ਡਿਲੀਟ ਹੋ ਜਾਂਦੀ ਹੈ। ਇਹ ਨਹੀਂ ਹੈਗਾ ਵੀ ਡਿਲੀਟ ਹੋਣ ਤੋਂ ਬਾਅਦ ਫਾਈਲ ਆਪਾਂ ਰਿਕਵਰ ਨਹੀਂ ਕਰ ਸਕਦੇ ਹਾਂ। ਮੰਨ ਲਓ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਆਈਡੀਆ ਦੇ ਦੇਣਾ, ਇਹ ਇੱਕ ਪੈਨ ਡਰਾਈਵ ਹੈ 16 GB ਦੀ ਹੈ। 16 GB ਦਾ ਸਪੋਜ਼ ਕਰੋ ਇਹਦੇ ਵਿੱਚ ਡਾਕੂਮੈਂਟ ਪਏ ਸੀ, ਮੈਂ ਇਹ ਪੈਨ ਡਰਾਈਵ ਨੂੰ ਫਾਰਮੈਟ ਕਰਤਾ, ਕੀ ਇਹਨੂੰ ਰਿਕਵਰ ਕਰ ਸਕਦੇ ਆ? ਬਿਲਕੁਲ ਕਰ ਸਕਦੇ ਆ। ਉਹਨਾਂ ਚਿਰ ਇਹਨੂੰ ਰਿਕਵਰ ਕਰ ਸਕਦੇ ਆ ਜਿੰਨਾ ਟਾਈਮ ਇਹਦੇ ਵਿੱਚ ਕੁਝ ਡੇਟਾ ਓਵਰਰਾਈਟ ਨਹੀਂ ਕਰਦੇ। ਜੇ 16 GB ਦੀ ਪੈਨ ਡਰਾਈਵ ਫਾਰਮੈਟ ਕਰਕੇ ਕੁਝ ਹੋਰ ਡਾਟਾ ਰਾਈਟ ਕਰਤਾ ਫਿਰ ਉਹਦੀ ਪੋਸੀਬਿਲਿਟੀ ਘਟਦੀ ਜਾਂਦੀ ਹੈ ਰਿਕਵਰੇਬਿਲਿਟੀ ਦੀ, ਠੀਕ ਹੈ। ਤਾਂ ਉਵੇਂ ਰੀਸਾਈਕਲ ਬਿਨ ਹੈ, ਜੇ ਇਹਨੂੰ ਆਪਾਂ ਐਮਪਟੀ ਕਰ ਦਾਂਗੇ ਤਾਂ ਜਿਹੜੀ ਲੋਕੇਸ਼ਨ ਤੋਂ ਫਾਈਲ ਡਿਲੀਟ ਕੀਤੀ ਹੈ ਜੇ ਉੱਥੇ ਕੋਈ ਓਵਰਰਾਈਟ ਨਹੀਂ ਕੀਤਾ ਹੋਇਆ ਤਾਂ ਰਿਕਵਰ ਹੋ ਜਾਂਦੀ ਹੈ, ਅਦਰਵਾਈਜ਼ ਨਹੀਂ ਹੁੰਦੀ। ਤਾਂ ਹੁਣ ਸਵਾਲ ਦੇ ਹਿਸਾਬ ਨਾਲ ਕਹਿੰਦਾ ਆਹ ਫਾਈਲ ਨੂੰ ਕਾਪੀ ਕਰਕੇ ਯਾਨੀ ਕਿ ਨਵੀਂ ਫਾਈਲ ਬਣਾ ਲਓ, ਇੱਥੇ ਕਾਪੀ ਕਰਕੇ ਇੱਥੇ ਪੇਸਟ ਕਰ ਦਿਓ ਤੇ ਬਾਅਦ ਦੇ ਵਿੱਚ ਕਹਿੰਦਾ ਐਮਪਟੀ ਦੀ ਰੀਸਾਈਕਲ ਬਿਨ ਨੂੰ ਐਮਪਟੀ ਕਰ ਦਿਓ। ਤਾਂ ਆਹ ਫਾਈਲ ਤੇ ਇੱਥੇ ਪਈ ਹੈ, ਕਿਉਂਕਿ ਕਾਪੀ ਪੇਸਟ ਕੀਤਾ। ਕਾਪੀ ਦਾ ਮਤਲਬ ਤਾਂ ਇੱਕ ਤੋਂ ਜ਼ਿਆਦਾ ਫਾਈਲਾਂ ਬਣ ਗਈਆਂ, ਤਾਂ ਕੋਈ ਗੱਲ ਬਣੀ ਨਹੀਂ, ਇਹ ਤਾਂ ਬੰਦਾ ਬਾਅਦ ਚ ਦੇਖ ਸਕਦਾ। ਤਾਂ ਅਗਲਾ ਆਪਸ਼ਨ ਹੈਗਾ ਡਰੈਗ ਦੀ ਫਾਈਲ ਇਨਟੂ ਰੀਸਾਈਕਲ ਬਿਨ ਐਂਡ ਐਮਪਟੀ ਦੀ ਰੀਸਾਈਕਲ ਬਿਨ। ਇਹ ਬਿਲਕੁਲ ਠੀਕ ਆ। ਡਰੈਗ ਦਾ ਮਤਲਬ ਮੂਵ ਕਰਕੇ ਲੈ ਜਾਓ, ਕਾਪੀ ਨਾ ਕਰੋ, ਮੂਵ ਕਰਕੇ ਇਹਨੂੰ ਰੀਸਾਈਕਲ ਬਿਨ ਦੇ ਵਿੱਚ ਲੈ ਜਾਓ ਫਿਰ ਐਮਪਟੀ ਕਰ ਦਿਓ ਰੀਸਾਈਕਲ ਬਿਨ। ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਣੀ ਆ। ਆਨਸਰ ਇਹਦਾ ਡੀ ਹੈ, ਬਿਲਕੁਲ ਠੀਕ ਹੈ। ਕਨਸੈਪਚੁਅਲ ਨੇ, ਥੋੜਾ ਜਿਹਾ ਦਿਮਾਗ ਲਾਓ। ਜੇਕਰ ਤੁਸੀਂ ASI ਵਾਲੇ ਬੱਚਿਆਂ ਨੇ ਵੀਡੀਓ ਨਹੀਂ ਦੇਖਿਆ, ਕੰਪਿਊਟਰ ਦੀ 10 ਸਵਾਲ ਤੁਹਾਨੂੰ ਪੁੱਛੇ ਜਾਂਦੇ ਨੇ, ਤਾਂ ਆਪਣੀ ਪੂਰੀ ਪਲੇਲਿਸਟ ਹੈ ਗ੍ਰੈਂਡ ਸੀਰੀਜ਼ ਕਰਕੇ, ਉਹ ਤੁਸੀਂ ਦੇਖ ਸਕਦੇ ਹੋ। 2 ਪਲੇਲਿਸਟ ਨੇ ਵੱਡੀਆਂ। ਗ੍ਰੈਂਡ ਸੀਰੀਜ਼ ਦੇ ਵਿੱਚ ਕੋਈ ਵੀ ਐਗਜ਼ਾਮ ਦੇਣਾ ਤੁਸੀਂ ਲੈਵਲ 1 ਤੇ ਲੈਵਲ 2 ਦੇ ਵਿੱਚ ਆਪਾਂ ਕਵਰ ਕੀਤਾ ਹੋਇਆ। ਪਹਿਲਾਂ ਆਪਾਂ ਕੰਪਿਊਟਰ ਦੇ ਸਿਲੇਬਸ ਨੂੰ ਚੈਪਟਰਸ ਦੇ ਵਿੱਚ ਡਿਵਾਈਡ ਕੀਤਾ, ਫਿਰ ਉਹਨੂੰ ਫਰਦਰ ਲੈਵਲਸ ਦੇ ਵਿੱਚ ਡਿਵਾਈਡ ਕੀਤਾ। ਤੇ ਇੱਕ ਦੂਸਰੀ ਪਲੇਲਿਸਟ ਹੈ ਆਫਿਸ ਪ੍ਰੋਡਕਟਿਵਿਟੀ ਟੂਲ ਦੀ, ਉਹਦੇ ਵਿੱਚੋਂ ਵੀ ਸਵਾਲ ਐਕਸਲ, ਵਰਡ, ਪਾਵਰ ਪੁਆਇੰਟ ਚੋਂ ਪੁੱਛੇ ਜਾਂਦੇ ਨੇ। ਅਗਲਾ ਸਵਾਲ ਹੈ ਵੀ ਬੜਾ ਵਧੀਆ ਸਵਾਲ ਹੈ। ਇਨ ਦੀ ਕੰਟੈਕਸਟ ਆਫ IT ਐਂਡ ICT, IT ਹੁੰਦਾ ਇਨਫੋਰਮੇਸ਼ਨ ਟੈਕਨੋਲੋਜੀ, ICT ਹੁੰਦਾ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ, ਵਿਚ ਉਹਦੀ ਫੋਲੋਇੰਗ ਅਬਾਊਟ ਸਪੈਮਿੰਗ ਇਜ਼ ਟਰੂ। ਸਪੈਮਿੰਗ ਕਹਿੰਦਾ ਕੀ ਹੁੰਦਾ? ਸਪੈਮਿੰਗ ਇਜ਼ ਪੋਸਟਿੰਗ ਔਰ ਈਮੇਲਿੰਗ ਅਨਸੋਲਿਸਿਟਡ ਐਡਵਰਟਾਈਜ਼ਮੈਂਟ। ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਸਪੈਮਿੰਗ ਕੀ ਹੁੰਦਾ। Spamming in the context of IT and ICT refers to the practice of sending unsolicited and often irrelevant or inappropriate message। यानी कि irrelevant ਦਾ ਮਤਲਬ ਕੋਈ ਮੈਨੂੰ ਚਾਹੀਦਾ ਹੀ ਨਹੀਂ, inappropriate ਹੈ, ਮੇਰੇ ਨਾਲ ਕੋਈ ਉਹਦਾ ਕੋਈ ਬੜਾ ਲੈਣ ਦੇਣ ਨਹੀਂ, ਹੈ ਨਾ। ਟਿਪੀਕਲੀ ਐਡਵਰਟਾਈਜ਼ਿੰਗ ਔਰ ਲਾਰਜ ਨੰਬਰ ਔਰ ਨਹੀਂ ਹੈਗਾ, ਐਡਵਰਟਾਈਜ਼ਿੰਗ ਟੂ ਏ ਲਾਰਜ ਨੰਬਰ ਆਫ ਰੈਸੀਪੈਂਟਸ। ਤਾਂ ਮੈਂ ਕੋਈ ਮੰਨ ਲਓ ਐਡਵਰਟੀਜ਼ਮੈਂਟ ਕਰਨੀ ਆਪਾਂ, ਤਾਂ ਬਹੁਤ ਸਾਰੀਆਂ ਕੰਪਨੀਆਂ ਜਿਵੇਂ ਐਮਾਜ਼ਨ, ਫਲਿੱਪਕਾਰਟ ਹੋ ਗਿਆ, ਉਹ ਬਹੁਤ ਸਾਰੀਆਂ ਆਪਾਂ ਨੂੰ ਮੇਲਾਂ ਭੇਜੀ ਜਾਂਦੇ ਨੇ ਅਨਨੈਸੈਸਰੀ, ਜਿਨ੍ਹਾਂ ਨੇ ਪ੍ਰੋਡਕਟ ਵੇਚਣੇ ਨੇ। ਉਹ ਮੇਲਾਂ ਨੂੰ ਆਪਾਂ ਅਨਸੋਲਿਸਿਟਡ ਮੇਲ ਕਹਿ ਸਕਦੇ ਹਾਂ, ਜਾਂ ਉਹੀ ਸਪੈਮਿੰਗ ਦਾ ਪਾਰਟ ਹੁੰਦੀਆਂ ਨੇ। ਥੀਸ ਮੈਸੇਜ ਕੈਨ ਬੀ ਸੈਂਡ ਥਰੂ ਵੇਰੀਅਸ ਚੈਨਲ ਸੱਚ ਐਜ਼ ਈਮੇਲ ਕਰ ਸਕਦੇ ਹਾਂ, ਕੋਈ ਇੰਸਟੈਂਟ ਮੈਸੇਜਿੰਗ ਹੋ ਸਕਦੇ ਨੇ ਸੋਸ਼ਲ ਮੀਡੀਆ ਤੇ ਹੈ ਨਾ। The purpose of spamming is usually to promote products, ਉਹਨਾਂ ਦੇ ਪ੍ਰੋਡਕਟਸ ਨੂੰ ਪ੍ਰਮੋਟ ਕਰਨਾ ਇਹਦਾ ਪਰਪਸ ਹੁੰਦਾ ਹੈ। ਸਰਵਿਸਿਜ਼ ਨੂੰ ਪ੍ਰਮੋਟ ਕਰਨਾ। ਫਿਸ਼ਿੰਗ ਅਟੈਂਪਟ, ਕੋਈ ਡਾਟਾ ਚੋਰੀ ਕਰਨਾ ਸਾਡੇ ਸਿਸਟਮ ਦੇ ਵਿੱਚੋਂ। ਫਿਸ਼ਿੰਗ ਦਾ ਮਤਲਬ ਹੁੰਦਾ ਯੂਜ਼ਰ ਨੇਮ ਤੇ ਪਾਸਵਰਡ ਚੋਰੀ ਕਰਨਾ, ਕੋਈ ਸਕੈਮ ਕਰਨਾ, ਘਪਲਾ ਕਰਨਾ। ਫਰੋਡਲੈਂਟ ਆਫਰ, ਸਾਨੂੰ ਕਹਿੰਦਾ ਵੀ ਚੱਕੋ ਜੀ ਤੁਹਾਨੂੰ 5 ਲੱਖ ਦੀ ਲਾਟਰੀ ਨਿਕਲ ਗਈ, ਜਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸਾਨੂੰ ਮੈਸੇਜ ਆ ਜਾਏ ਕਿ ਮੈਂ ਹੂੰ ਪੂਜਾ, ਮੈਂ ਆਪਸੇ ਬਾਤ ਕਰਨਾ ਚਾਹਤੀ ਹੂੰ, ਹੈ ਨਾ, ਐਵੇਂ ਦਾ ਕੁਛ ਆਉਂਦਾ ਨਾ, ਉਹ ਸਾਰਾ ਕੀ ਹੁੰਦਾ? ਸਪੈਮਿੰਗ ਈਮੇਲ ਹੁੰਦੀਆਂ। ਇਹ ਤਾਂ ਹੁਣ ਪੜ੍ਹਦੇ ਆਪਾਂ। ਸਪੈਮਿੰਗ ਇਜ਼ ਪੋਸਟਿੰਗ ਔਰ ਈਮੇਲਿੰਗ ਅਨਸੋਲਿਸਿਟਡ ਐਡਵਰਟਾਈਜ਼ਿੰਗ ਮੈਸੇਜ ਟੂ ਏ ਵਾਈਡ ਆਡੀਅੰਸ। ਇਹ ਠੀਕ ਲੱਗ ਰਿਹਾ,
ਪਰ ਪਹਿਲਾਂ ਦੂਜੇ ਪੜ੍ਹ ਕੇ ਦੇਖਦੇ ਹਾਂ ਵੀ ਕਿਵੇਂ ਦੇ ਲੱਗ ਰਿਹਾ। ਟਰੂ ਪੁੱਛਿਆ ਨਾ, ਇਹ ਯਾਦ ਰੱਖਣਾ, ਜੇ ਫਾਲਸ ਪੁੱਛ ਲੈਂਦਾ ਆਨਸਰ ਬਦਲ ਜਾਂਦਾ। ਇੱਥੇ ਮੇਨ ਫੋਕਸ ਆਪਾਂ ਇਸ ਚੀਜ਼ ਤੇ ਰੱਖਣਾ ਵੀ ਟਰੂ ਪੁੱਛਿਆ, ਫਾਲਸ ਪੁੱਛਿਆ, ਨੋਟ ਟਰੂ ਪੁੱਛ ਸਕਦਾ, ਜੇ ਫਾਲਸ ਦੀ ਜਗ੍ਹਾ ਤੇ ਪੁੱਛ ਲੈ ਨੋਟ ਟਰੂ, ਨੋਟ ਟਰੂ ਦਾ ਮਤਲਬ ਫਾਲਸ ਹੀ ਹੈ। ਇਨਕਰੈਕਟ ਪੁੱਛਿਆ ਕਿ ਕਰੈਕਟ ਪੁੱਛਿਆ, ਹਨਾ। ਸੋ ਇਹ ਇੱਥੇ ਸਿਲੀ ਮਿਸਟੇਕਸ ਹੁੰਦੀਆਂ ਨੇ, ਮੈਂ ਹਰ ਵੀਡੀਓ 'ਚ ਦੱਸਦਾ। ਕਾਫੀ ਬੱਚਿਆਂ ਦੇ ਜਿਨ੍ਹਾਂ ਦੇ ਪੇਪਰ ਹੋ ਜਾਂਦੇ ਨੇ ਉਹ ਬਾਅਦ 'ਚ ਆ ਕੇ ਦੱਸਦੇ ਵੀ ਨੇ ਵੀ ਸਰ ਇਹਨਾਂ ਚੀਜ਼ਾਂ ਦਾ ਅਸੀਂ ਖਾਸ ਖਿਆਲ ਰੱਖਿਆ ਉੱਥੇ ਤੇ ਇਹਨਾਂ ਚੀਜ਼ਾਂ ਨੇ ਹੈਲਪ ਕੀਤੀ ਹੈ, ਹਨਾ। ਸੋ ਆਪਸ਼ਨ ਬੀ ਹੈ, ਸਪੈਮਿੰਗ ਇਜ਼ ਸੈਂਡਿੰਗ ਲਾਈਨਸ ਆਫ ਨੌਨਸੈਂਸੀਅਲ garbage in chat conversation. Spamming is sending lines of, ਇਹ ਤਾਂ ਕੋਈ ਗੱਲ ਨਹੀਂ ਬਣੀ ਵੀ nonsensical garbage in a chat conversation, chat conversation ਕਰ ਰਹੇ ਉੱਥੇ ਤਾਂ ਕੋਈ ਜ਼ਰੂਰੀ ਨਹੀਂ ਆਪਾਂ ਨੂੰ, ਹਨਾ। ਸਪੈਮ ਦੇ ਵਿੱਚ ਤਾਂ ਆਪਾਂ ਨੂੰ ਮੈਸੇਜ ਜਾਂ ਈਮੇਲ ਆਉਂਦਾ ਸੀ। ਸਪੈਮਿੰਗ ਇਜ਼ ਪੋਸਟਿੰਗ ਏ ਮੈਸੇਜ that contain a garbage description of something offensive ਹੁੰਦਾ ਵੀ ਕੋਈ ਵਾਇਓਲੇਸ਼ਨ ਕਰਤੀ ਕਿਸੇ ਚੀਜ਼ ਦੀ, offense ਹੋ ਗਿਆ, ਅਪਰਾਧ, ਹੈ ਨਾ। ਤਾਂ ਇਹ ਵੀ ਗੱਲ ਨਹੀਂ ਬਣ ਰਹੀ। ਸਪੈਮਿੰਗ ਇਜ਼ ਐਨ ਅਟੈਂਪਟ ਟੂ ਅਕਵਾਇਰ ਸੈਂਸਿਟਿਵ ਇਨਫੋਰਮੇਸ਼ਨ, ਕਹਿੰਦਾ ਇਹਦਾ ਮੇਨ ਮੋਟਿਵ ਹੁੰਦਾ ਹੈ ਸੈਂਸਿਟਿਵ ਇਨਫੋਰਮੇਸ਼ਨ ਅਕਵਾਇਰ ਆਫ ਮਲੀਸ਼ੀਅਸ ਰੀਜ਼ਨ, sensitive information of malicious reason by masquerading as a trustworthy entity। ਇਹ ਵੀ ਨਹੀਂ ਹੁੰਦਾ, ਵੈਸੇ ਬਹੁਤ ਸਾਰੀਆਂ ਅਟੈਕਸ ਦੀਆਂ ਟਾਈਪਸ ਨੇ। ਇਹ ਵੀ ਹੁੰਦਾ ਮਾਸਕਰੇਡਿੰਗ ਕਰਨਾ, ਟਰਸਟਵਰਦੀ ਐਂਟੀਟੀ ਤੋਂ ਇਨਫੋਰਮੇਸ਼ਨ ਚੋਰੀ ਕਰਨਾ। ਇਹ ਜਿਵੇਂ ਆਪਾਂ ਗੱਲ ਕੀਤੀ ਸੀਗੀ, ਫਿਸ਼ਿੰਗ ਹੋ ਗਿਆ, ਸਪੂਫਿੰਗ ਹੋ ਗਿਆ, ਇਹ ਉਹ ਅਟੈਕ ਨੇ। ਤਾਂ ਹੁਣ ਪਹਿਲਾਂ ਹੀ ਮੈਚ ਕਰਦਾ ਸਪੈਮਿੰਗ ਇਜ਼ ਪੋਸਟਿੰਗ ਔਰ ਈਮੇਲਿੰਗ ਅਨਸੋਲੀਸਿਟਡ ਐਡਵਰਟੀਜ਼ਮੈਂਟ ਮੈਸੇਜਿੰਗ ਟੂ ਏ ਵਾਈਡ ਆਡੀਅੰਸ, ਤਾਂ ਲਾਰਜ ਆਡੀਅੰਸ ਨੂੰ। ਇਹਦੇ ਵਿੱਚ 2-3 ਕੰਡੀਸ਼ਨਾਂ ਹੁੰਦੀਆਂ ਨੇ। ਪਹਿਲੀ ਹੁੰਦੀ ਹੈ ਅਨੋਇਨਮਿਟੀ, ANONY, ਅਨੋਇਨਮਿਟੀ, ਸ਼ਾਇਦ ਸਪੈਲਿੰਗ ਗਲਤ ਹੋ ਸਕਦੇ ਨੇ। ਦੂਸਰਾ ਹੁੰਦਾ ਹੈ ਅਨਸੋਲੀਸਿਟਡ, ਤੇ ਤੀਸਰਾ ਹੁਣ ਮੇਰੇ ਯਾਦ ਨਹੀਂ। ਅਨੋਇਨਮਿਟੀ ਦਾ ਹੁੰਦਾ ਵੀ ਸੈਂਡਰ ਜਿਹੜਾ ਆਪਦਾ ਐਡਰੈਸ ਹੁੰਦਾ ਉਹ ਕੰਸੀਲਡ ਰੱਖਦਾ, ਹਾਈਡ ਰੱਖਦਾ। ਅਨਸੋਲੀਸਿਟਡ ਹੁੰਦਾ ਤੇ ਇੱਕ ਹੁਣ ਮੇਰੇ ਯਾਦ ਨਹੀਂ ਪ੍ਰੋਪਰ। ਅਨਸੋਲੀਸਿਟਡ ਦਾ ਮਤਲਬ ਕਿ ਜਿਹੜਾ ਸੈਂਡਰ, ਹਾਂ ਤੀਸਰਾ ਹੁੰਦਾ ਮਾਸ ਮੇਲਿੰਗ। 3 ਚੀਜ਼ਾਂ ਹੋਣ ਜੇਕਰ ਉਹ ਮੇਲ ਸਪੈਮ ਹੁੰਦੀ ਆ। ਮਾਸ ਦਾ ਮਤਲਬ ਲਾਰਜ ਨੰਬਰ ਆਫ ਪੀਪਲ ਨੂੰ ਭੇਜੀ ਜਾਂਦੀ ਆ। ਅਨਸੋਲੀਸਿਟਡ ਦਾ ਮਤਲਬ ਰਿਸੀਵਰ ਹੁੰਦਾ ਜਿਹੜਾ ਉਹ ਰਿਕੁਐਸਟ ਨਹੀਂ ਕਰਦਾ ਕਿ ਮੈਨੂੰ ਬਈ ਪੂਜਾ ਦਾ ਨੰਬਰ ਭੇਜੋ, ਹਨਾ। ਸੋ ਫਿਰ ਇਹਦਾ ਆਨਸਰ ਹੈਗਾ ਏ। ਅਗਲਾ ਵੀ ਬੜਾ ਵਧੀਆ ਕੁਐਸਚਨ ਹੈ, ਕਾਫੀ ਪੇਪਰਾਂ 'ਚ ਅੱਜ ਕੱਲ੍ਹ ਪੁੱਛਿਆ ਜਾਣ ਲੱਗ ਗਿਆ। ਕਹਿੰਦਾ ਵਾਈ ਵੁੱਡ BCC ਯੂਜ਼ਡ ਇਨ ਈਮੇਲ। ਇਹ ਬਾਅਦ 'ਚ ਪੜਾਂਗੇ, ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਈਮੇਲ ਦੇ ਵਿੱਚ ਸਬਜੈਕਟ ਹੁੰਦਾ ਸਭ ਤੋਂ ਪਹਿਲਾਂ ਜਿਹਨੂੰ ਭੇਜਣਾ, ਸਭ ਤੋਂ ਪਹਿਲਾਂ ਫਰੋਮ ਜਿਹਦੇ ਵੱਲੋਂ ਆਈ, ਫਿਰ ਹੁੰਦਾ ਟੂ, ਫਿਰ ਹੁੰਦਾ ਸਬਜੈਕਟ, ਹਨਾ, ਫਿਰ ਹੁੰਦਾ ਬੋਡੀ ਜਾਂ ਡਿਸਕ੍ਰਿਪਸ਼ਨ ਜਿੱਥੇ ਈਮੇਲ ਭੇਜਣੀ ਹੈ। ਤਾਂ ਹੁਣ ਟੂ ਦੇ ਵਿੱਚ ਇੱਥੇ ਤੁਸੀਂ ਈਮੇਲ ਦੇ ਵਿੱਚ ਦੇਖੋਗੇ, ਇੱਥੇ ਬਟਨ ਜਾਂ ਐਂ ਦੱਬੋਗੇ ਥੱਲੇ ਨੂੰ ਆਉਣ ਵਾਲਾ, ਹਨਾ। ਉੱਥੋਂ ਇਹ 3 ਚੀਜ਼ਾਂ ਨਿਕਲਿਆ ਹੁੰਦੀਆਂ ਨੇ, CC ਤੇ BCC। 2 ਇਹ ਨੇ, ਤੀਜੀ ਟੂ ਹੈ। ਤਾਂ ਇਹਨਾਂ ਤਿੰਨਾਂ ਨੂੰ ਡਿਸਕਸ ਕਰਾਂਗੇ ਕੀ ਫਰਕ ਹੁੰਦਾ। ਇੱਕ ਟੂ ਹੁੰਦਾ, ਇੱਕ ਹੁੰਦਾ CC, ਇੱਕ ਹੁੰਦਾ BCC। ਠੀਕ ਹੈ। ਮੰਨ ਲਓ ਮੈਂ ਈਮੇਲ ਕਰਨਾ ਚਾਹੁੰਦਾ, ਕਿਸੇ ਆਪਦੇ ਫਰੈਂਡ ਨੂੰ ਕਰਨਾ ਚਾਹੁੰਦਾ। ਟੂ ਦੇ ਵਿੱਚ ਮੈਂ ਆਪਣੇ ਫਰੈਂਡ ਪਾਏ F1, F2, F3 ਤੇ ਮੇਰਾ ਕੋਈ ਬੌਸ ਹੈ, ਕੰਪਨੀ ਦਾ ਮੈਨੇਜਰ ਹੈ, ਉਹਨੂੰ ਮੈਂ, ਮੇਰੇ 2 ਬੌਸ ਨੇ B1, B2, 3 ਲੈ ਲਓ ਚਲੋ, B3। ਤਾਂ CC ਦਾ ਮੇਨ ਮੋਟਿਵ ਹੁੰਦਾ ਕਾਰਬਨ ਕਾਪੀ, BCC ਹੁੰਦਾ ਬਲਾਈਂਡ ਕਾਰਬਨ ਕਾਪੀ। ਇਹਦਾ ਮੇਨ ਜਸਟ ਫॉर ਦੀ ਰੈਫਰੈਂਸ ਪਰਪਸ ਆਪਾਂ CC ਪਾਉਂਦੇ ਆ। ਹੁਣ ਫॉर ਐਗਜ਼ਾਮਪਲ ਤੁਸੀਂ ਕਿਸੇ ਕੰਪਨੀ 'ਚ ਕੰਮ ਕਰਦੇ, ਮੰਨ ਲਓ ਮੈਂ ਹੀ ਕੰਪਨੀ ਦੇ ਵਿੱਚ ਕੰਮ ਕਰਦਾ, ਮੇਰੇ 3 ਫਰੈਂਡ ਨੇ ਜਿਨ੍ਹਾਂ ਨੂੰ ਮੈਂ ਮੇਲ ਕਰਨੀ, ਉਹਨਾਂ ਨੂੰ ਮੈਂ 2 'ਚ ਪਾ ਦੂੰਗਾ, ਤੇ ਮੇਰੇ 3 ਬੌਸ ਨੇ, ਜਾਂ ਐਂ ਕਹਿ ਲਓ ਮੈਂ ਟੀਮ ਲੀਡਰ ਹਾਂ। ਆਹ 3 ਫਰੈਂਡਸ ਮੇਰੇ ਨੇ, ਇਹਨਾਂ ਦਾ ਮੈਂ ਟੀਮ ਲੀਡਰ ਹਾਂ। ਜਾਂ ਤਾਂ ਇਹਨਾਂ ਨੂੰ ਆਪਾਂ ਫਰੈਂਡ ਦੀ ਜਗ੍ਹਾ ਤੇ ਆਪਾਂ EMPLOYE ਲੈ ਲੈਂਦੇ ਹਾਂ, E1, E2 ਤੇ E3। ਮੰਨ ਲਓ ਮੇਰਾ ਨਾਮ ਹੈਗਾ ਕੁਲਦੀਪ, ਮੰਨ ਲਓ ਨਹੀਂ ਹੈਗਾ ਹੀ ਹੈ, ਤੇ ਮੈਂ ਹੈਗਾ ਟੀਮ ਲੀਡਰ। ਕਿਹਨਾਂ ਦਾ ਟੀਮ ਲੀਡਰ ਆ ਮੈਂ? E1 ਦਾ, E2 ਦਾ ਤੇ E3 ਦਾ। ਵੱਡੇ ਛੋਟੇ ਇਹਨਾਂ ਕੋਈ ਫਰਕ ਨਹੀਂ ਪੈਂਦਾ। 3 EMPLOYE ਮੇਰੇ ਅੰਡਰ ਕੰਮ ਕਰਦੇ ਨੇ, ਤੇ ਮੈਂ ਅੱਗੇ ਕਿਹਨਾਂ ਨੂੰ ਜਵਾਬਦੇਹੀ ਹੈ ਮੇਰੀ? ਮੇਰੇ 3 ਬੌਸ ਨੇ, B1, B2 ਤੇ B3।
ਹੁਣ ਮੈਂ ਜਦੋਂ 9 ਤੋਂ 5 ਅਸੀਂ ਕੰਪਨੀ 'ਚ ਕੰਮ ਕਰਦੇ ਹਾਂ, ਮੈਂ ਡੇਲੀ ਇਹਨਾਂ ਨੂੰ ਮੇਲ ਕਰਦਾ ਵੀ ਤੁਸੀਂ ਅੱਜ, ਕਿਉਂਕਿ ਟੀਮ ਲੀਡਰ ਆ ਮੈਂ, ਟੀਮ ਨੂੰ ਤਾਂ ਹੈਂਡਲ ਕਰਨਾ ਹੀ ਹੈ, ਜੋ ਵੀ ਡੇਲੀ ਦਾ ਟਾਸਕ ਹੈ ਮੈਂ ਇਹ ਸਾਰਿਆਂ ਨੂੰ ਕਹਿਣਾ ਵੀ ਇਹ ਵਾਲਾ ਟਾਸਕ ਤੁਸੀਂ ਫਿਨਿਸ਼ ਕਰਨਾ, ਤਾਂ ਮੈਂ ਇਹਨਾਂ ਨੂੰ ਮੇਲ ਕਰੂੰਗਾ 2 ਦੇ ਵਿੱਚ ਪਾਊਂਗਾ, ਤਾਂ ਜਿੰਨੇ ਵੀ ਮੇਰੇ ਬੌਸ ਨੇ ਇਹਨਾਂ ਨੂੰ ਮੈਂ ਸੀਸੀ ਪਾ ਦੂੰਗਾ, ਤਾਂ ਕਰਕੇ ਇਹਨਾਂ ਨੂੰ ਪਤਾ ਲੱਗ ਜੇ ਵੀ ਠੀਕ ਹੈ ਯਾਰ ਬੰਦਾ ਕੰਮ ਕਰਾ ਰਿਹਾ, ਤੇ ਇਹਨਾਂ ਨੂੰ ਮੈਂ ਸੀਸੀ ਪਾ ਦੂੰਗਾ, ਤਾਂ ਕਾਰਬਨ ਕਾਪੀ ਚਲੀ ਗਈ। ਇਹ ਨਾ ਬੌਸ ਨੂੰ ਵੀ ਪਤਾ ਲੱਗ ਜੂਗਾ ਵੀ ਸਾਨੂੰ ਸੀਸੀ ਮੈਂਸ਼ਨ ਕੀਤਾ, ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਡੇਲੀ ਦਾ ਰੂਟੀਨ ਆ, ਤਾਂ ਉਹ ਨਹੀਂ ਵੀ ਦੇਖਣਗੇ, ਚੱਲ ਜੂਗਾ ਕੋਈ ਗੱਲ ਨਹੀਂ। ਤਾਂ ਸੀਸੀ ਦਾ ਮੇਨ ਮੋਟਿਵ ਕੀ ਹੁੰਦਾ, ਜਸਟ ਫॉर ਰੈਫਰੈਂਸ ਪਰਪਸ ਵਰਤਿਆ ਜਾਂਦਾ ਸੀਸੀ, ਕਾਰਬਨ ਕਾਪੀ, ਹਨਾ। ਤਾਂ ਹੁਣ ਬੀਸੀਸੀ ਦੀ ਲੋੜ ਕਿਉਂ ਪੈ ਗਈ, ਇਹਨਾਂ ਨੂੰ ਮੈਂ ਕੱਟ ਦੇਣਾ ਕਿਉਂਕਿ ਜਗ੍ਹਾ ਘੱਟ ਆ ਆਪਣੇ ਕੋਲੇ, ਹਨਾ। ਤਾਂ ਹੁਣ ਜਦੋਂ ਮੈਂ 2 ਦੇ ਵਿੱਚ ਮੇਲ ਪਾਈ ਆ, ਇੱਥੇ ਇੰਪੋਰਟੈਂਟ ਗੱਲ ਜਿਹੜੀ ਦੱਸਣ ਵਾਲੀ ਆ, E1 ਨੂੰ ਵੀ ਪਤਾ ਲੱਗ ਜੂਗਾ, 2 ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਕਿਹਨੂੰ ਕਿਹਨੂੰ ਮੇਲ ਪਾਈ ਆ। E1 E2 ਨੂੰ ਦੇਖ ਸਕਦਾ, E2 E3 ਨੂੰ ਦੇਖ ਸਕਦਾ, E3 ਇਹਨੂੰ ਦੇਖ ਸਕਦਾ। ਇਹਦੀ ਬਜਾਏ ਬੈਟਰ ਆਪਾਂ ਐਂ ਰੱਖ ਲੈਂਦੇ ਆ, ਹਾਂ ਬੈਟਰ ਆਪਾਂ ਇਹੀ ਰੱਖ ਲੈਂਦੇ ਆ ਗੋਲਾ ਮਾਰ ਕੇ ਵੀ ਇਹ ਸਾਰੇ ਇੱਕ ਦੂਜੇ ਨੂੰ ਦੇਖ ਸਕਦੇ ਨੇ। ਇਹ ਤਿੰਨੇ ਬੰਦਿਆਂ ਨੂੰ ਪਤਾ ਲੱਗ ਜੂ ਵੀ E1 ਨੂੰ ਵੀ ਮੇਲ ਗਈ ਹੈ, E2 ਨੂੰ ਵੀ ਗਈ ਹੈ, E3 ਨੂੰ ਵੀ ਹੈ, ਤਾਂ ਆਪਾਂ ਕਹਿ ਸਕਦੇ ਹਾਂ, ਜਰਨਲਾਈਜ਼ ਕਰ ਸਕਦੇ ਹਾਂ ਕਿ 2 ਦੇ ਵਿੱਚ ਜਿੰਨੇ ਵੀ ਪਰਸਨਸ ਨੇ ਉਹ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਆਹ ਮੇਲ ਕਿਹਨੂੰ ਗਈ ਆ। ਤਾਂ ਉਵੇਂ ਹੀ ਜਿਹੜੇ BCC ਦੇ ਵਿੱਚ ਨੇ ਇਹਨਾਂ ਸਾਰਿਆਂ ਨੂੰ ਵੀ ਪਤਾ ਲੱਗ ਜੂਗਾ, ਬੌਸ B1 ਨੂੰ ਪਤਾ ਲੱਗ ਜੂਗਾ ਵੀ ਇਹਨੇ CC B2 ਨੂੰ ਵੀ ਪਾਇਆ, B3 ਨੂੰ ਵੀ ਪਾਇਆ। ਤਾਂ ਹੋਰ ਗੱਲ, ਅਗਲੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਸਾਰੇ 2 ਵਾਲੇ ਜਿਹੜੇ CC ਵਾਲਿਆਂ ਨੂੰ ਵੀ ਦੇਖ ਸਕਦੇ ਨੇ, 2 ਵਾਲਿਆਂ ਨੂੰ ਇਹ ਵੀ ਪਤਾ ਲੱਗ ਜੂਗਾ ਵੀ ਯਾਰ ਇਹਨਾਂ ਨੇ CC ਬੌਸ ਨੂੰ ਪਾਈ ਹੈ, ਕਿਉਂਕਿ ਜਿਹੜਾ ਇਹ ਬੌਸ ਹੈ ਇਹਨਾਂ ਦਾ ਇਹਨਾਂ ਦਾ ਵੀ ਬੌਸ ਹੈ, ਬੇਸ਼ੱਕ ਟੀਮ ਲੀਡਰ ਮੈਂ ਆ, ਪਰ ਜਦੋਂ ਮੇਰਾ ਇਹ ਬੌਸ ਇਹਨਾਂ ਦਾ ਵੀ ਬੌਸ ਹੈ, ਕੰਪਨੀ ਦਾ ਇਹਨਾਂ ਦੀ ਹੈ, ਤਾਂ ਇਹਨਾਂ ਨੂੰ ਪਤਾ ਲੱਗ ਜੂਗਾ। ਥੋੜਾ ਜਿਹਾ ਡਰਨਗੇ ਬੰਦੇ ਵੀ ਯਾਰ ਕੰਮ ਕਰਨਾ ਪਊਗਾ, ਇਹਨਾਂ ਨੇ MD ਕਹਿ ਲਓ, ਮੈਨੇਜਿੰਗ ਡਾਇਰੈਕਟਰ ਕੰਪਨੀ ਦਾ, ਵੀ ਉਹਨੂੰ ਉਹਨੂੰ CC ਪਾਇਆ ਵੀ ਅਸੀਂ ਕੰਮ ਫਿਨਿਸ਼ ਕਰਨਾ। ਤਾਂ ਸਾਰੇ CC ਵਾਲਿਆਂ ਨੂੰ ਵੀ ਪਤਾ ਲੱਗ ਜੂਗਾ ਵੀ ਕਿੰਨਾ ਕਿੰਨਾ ਨੂੰ 2 ਮੇਲ ਭੇਜੀ ਆ। ਤਾਂ ਹੁਣ ਯਾਦ ਰੱਖਣ ਵਾਲੀ ਗੱਲ, ਥੋੜਾ ਜਿਹਾ ਅੱਗੇ ਕੰਪਲੈਕਸ ਹੋਊਗਾ ਕੰਮ, ਤਾਂ ਮੈਂ ਤਾਂ ਹੀ ਵਾਰੀ-ਵਾਰੀ ਡਿਟੇਲ ਦੇ ਵਿੱਚ ਦੱਸ ਰਿਹਾ ਵੀ ਜਿਹੜੇ 2 ਵਾਲੇ ਨੇ ਸਾਰੇ ਇੱਕ ਦੂਜੇ ਨੂੰ ਦੇਖ ਸਕਦੇ ਨੇ, ਸਾਰੇ CC ਵਾਲੇ ਇੱਕ ਦੂਜੇ ਨੂੰ ਦੇਖ ਸਕਦੇ ਨੇ, 2 ਵਾਲੇ ਸਾਰੇ CC ਨੂੰ ਦੇਖ ਸਕਦੇ ਨੇ, CC ਵਾਲੇ ਸਾਰੇ BCC ਨੂੰ ਦੇਖ ਸਕਦੇ, CC ਵਾਲੇ ਸਾਰੇ 2 ਨੂੰ ਦੇਖ ਸਕਦੇ ਨੇ। ਹੁਣ ਨਵੀਂ ਕੰਡੀਸ਼ਨ ਹੈ ਵੀ ਮੈਂ ਕੰਪਨੀ 'ਚ ਕੰਮ ਕਰ ਰਿਹਾ, ਕੋਈ ਡਾਕੂਮੈਂਟ ਐਵੇਂ ਦਾ ਮੈਂ ਆਪਦੇ ਪਰਸਨਲ ਫਰੈਂਡ ਨੂੰ ਭੇਜਣਾ ਚਾਹੁੰਦਾ, ਮੇਰੇ 2 ਫਰੈਂਡ ਨੇ, ਮੈਂ ਉਹਨਾਂ ਨੂੰ ਜੇ 2 'ਚ ਪਾਊਂਗਾ ਤਾਂ ਸਾਰੇ ਕੰਪਨੀ ਨੂੰ ਪਤਾ ਲੱਗ ਜੂਗਾ ਵੀ ਤਾਂ ਆਪਦੇ ਫਰੈਂਡ ਨੂੰ ਵੀ ਪਾਈ ਜਾਂਦਾ। ਮੰਨ ਲਓ ਮੇਰੇ 2 ਫਰੈਂਡ ਨੇ F1 ਤੇ F2, ਠੀਕ ਆ। ਹੁਣ ਕੰਪਨੀ ਨੂੰ ਤਾਂ ਪਤਾ ਹੀ ਹੈ, ਬੌਸ ਨੂੰ ਵੀ ਪਤਾ, EMPLOYE ਨੂੰ ਵੀ ਪਤਾ ਵੀ ਅਸੀਂ ਤਾਂ 3 ਹੀ ਇਹਦੇ ਅੰਡਰ ਕੰਮ ਕਰਦੇ ਹਾਂ, 2 ਬੰਦੇ ਕਿਹੜੇ ਆ ਗਏ, ਬੌਸ ਵੀ ਕਹਿਣਗੇ ਵੀ E1 E2 E3 ਤਾਂ ਹੈਗੇ ਨੇ, ਨਵੇਂ ਬੰਦੇ ਕਿਹੜੇ ਆ ਗਏ। ਤਾਂ ਮੈਂ ਡਾਟਾ ਭੇਜਣਾ ਵੀ ਚਾਹਣਾ, ਹਨਾ, ਤਾਂ ਮੈਂ ਫਿਰ ਉਹਨਾਂ ਨੂੰ ਕੀ ਕਰੂੰਗਾ, BCC ਦੇ ਵਿੱਚ ਪਾ ਦੂੰਗਾ, F1 ਤੇ F2। ਤਾਂ ਇਹਨੂੰ ਆਪਾਂ ਬੋਲਦੇ ਹਾਂ ਬਲਾਈਂਡ ਕਾਰਬਨ ਕਾਪੀ, ਮਤਲਬ ਕਿ ਕਾਰਬਨ ਕਾਪੀ ਤਾਂ ਹੈਗੀ ਹੈ ਪਰ ਇਹ ਬਲਾਈਂਡ ਹੈ, ਦਿਖਦੀ ਨਹੀਂ ਕਿਸੇ ਨੂੰ। ਤਾਂ ਜਿਹੜੇ BCC ਵਾਲੇ ਹੋਣਗੇ ਇਹਨਾਂ ਨੂੰ ਨਾ ਤਾਂ 2 ਵਾਲੇ ਦੇਖ ਸਕਦੇ ਨੇ, ਇਹਨਾਂ ਨੂੰ 2 ਵਾਲੇ ਨਹੀਂ ਦੇਖ ਸਕਦੇ, ਨਾ ਹੀ ਇਹਨਾਂ ਨੂੰ ਕੀ ਦੇਖ ਸਕਦੇ ਨੇ, CC ਵਾਲੇ ਦੇਖ ਸਕਦੇ ਨੇ। ਬਹੁਤ ਇੰਪੋਰਟੈਂਟ ਗੱਲ ਹੈ, ਦੇਖੋ ਧਿਆਨ ਨਾਲ ਦੇਖਣ ਵਾਲੀ, ਨਾ ਤਾਂ ਇਹਨਾਂ ਨੂੰ 2 ਵਾਲੇ ਦੇਖ ਸਕਦੇ ਨੇ, ਨਾ ਇਹਨਾਂ ਨੂੰ CC ਵਾਲੇ ਦੇਖ ਸਕਦੇ ਨੇ, ਬਲਾਈਂਡ ਆ। ਪਰ ਨਾਲ ਸ਼ਰਤ ਹੋਰ ਵੀ ਹੈ ਇੱਕ, ਨਾਲ ਸ਼ਰਤ ਕੀ ਕਹਿੰਦੀ ਆ ਵੀ ਜਿਹੜੇ BCC ਵਾਲੇ ਨੇ ਇਹ 2 ਵਾਲਿਆਂ ਨੂੰ ਦੇਖ ਸਕਦੇ ਨੇ ਤੇ BCC ਵਾਲੇ CC ਵਾਲਿਆਂ ਨੂੰ ਵੀ ਦੇਖ ਸਕਦੇ ਨੇ, ਦੋਨਾਂ ਨੂੰ ਦੇਖ ਸਕਦੇ ਨੇ। ਜਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ 2 ਵਾਲੇ ਨੇ ਜਿਹੜੇ ਉਹ ਆਪਣੇ ਆਪ ਨੂੰ ਦੇਖ ਸਕਦੇ ਨੇ ਤੇ ਇਕੱਲੇ CC ਨੂੰ ਦੇਖ ਸਕਦੇ ਨੇ, 2 ਵਾਲੇ BCC ਨੂੰ ਨਹੀਂ ਦੇਖ ਸਕਦੇ। CC ਵਾਲੇ ਨੇ ਜਿਹੜੇ ਸਾਰੇ ਆਪਣੇ ਵਾਲਿਆਂ ਨੂੰ ਦੇਖ ਸਕਦੇ ਨੇ, ਸਾਰੇ 2 ਵਾਲਿਆਂ ਨੂੰ ਦੇਖ ਸਕਦੇ ਨੇ, ਬਟ BCC ਨੂੰ ਕੋਈ ਵੀ ਨਹੀਂ ਦੇਖ ਸਕਦਾ, ਬਟ BCC ਵਾਲੇ 2 ਨੂੰ ਦੇਖ ਸਕਦੇ ਨੇ ਤੇ CC ਨੂੰ ਦੇਖ ਸਕਦੇ ਨੇ। ਹੁਣ ਇੱਥੇ ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈਗਾ, ਜਿਹੜੇ BCC ਵਾਲੇ ਨੇ ਉਹ ਆਪਣੇ ਆਪ ਨੂੰ ਨਹੀਂ ਦੇਖ ਸਕਦੇ। ਹੋ ਸਕਦਾ ਹੈ ਮੇਰੇ 2 ਫਰੈਂਡ, ਇੱਥੇ ਗਲਤ ਲੱਗ ਗਿਆ, ਕਾਟਾ ਲਾਉਣਾ ਮੈਂ ਇਹਦੇ, ਇਹ ਇਹਨੂੰ ਨਹੀਂ ਦੇਖ ਸਕਦੇ, ਆ ਵੀ ਨਹੀਂ ਦਾ ਸਾਈਨ ਹੈ, ਯਾਦ ਰੱਖਣਾ, ਆ ਇਹਨੂੰ ਨਹੀਂ ਦੇਖ ਸਕਦੇ, ਆ ਵੀ ਇਹਨੂੰ ਨਹੀਂ ਦੇਖ ਸਕਦੇ। ਤਾਂ ਹੁਣ ਇਹ 2 ਮੇਰੇ ਫਰੈਂਡ ਆ, ਮੈਂ ਨਹੀਂ ਚਾਹੁੰਦਾ ਵੀ ਮੇਰੇ ਦੂਜੇ ਫਰੈਂਡ ਨੂੰ ਪਤਾ ਲੱਗੇ ਮੈਂ ਡਾਟਾ ਕਿਹਨੂੰ ਭੇਜਿਆ। ਤਾਂ BCC ਦੇ ਵਿੱਚ ਜੇ F1 ਤੇ F2 ਪਾਏ ਨੇ, ਮੈਂ F1 ਨੂੰ ਇਹੀ ਪਤਾ ਲੱਗੂਗਾ ਵੀ ਮੈਨੂੰ ਇਕੱਲੇ ਨੂੰ ਹੀ BCC ਪਾਇਆ,
ਉਵੇਂ F2 ਨੂੰ ਲੱਗੂਗਾ ਮੈਨੂੰ ਇਕੱਲੇ ਨੂੰ BCC ਪਾਇਆ। ਕਲੀਅਰ ਹੋ ਗਈ ਗੱਲ? ਤਾਂ ਇਹਨੂੰ ਤੁਸੀਂ ਨੋਟ ਡਾਊਨ ਕਰ ਸਕਦੇ ਹੋ, ਸਕਰੀਨਸ਼ਾਟ ਲੈ ਸਕਦੇ ਹੋ, ਨਹੀਂ ਤਾਂ ਆਪਾਂ ਇਹ ਫਾਈਲ ਟੈਲੀਗ੍ਰਾਮ ਤੇ ਵੀ ਸ਼ੇਅਰ ਕਰਾਂਗੇ। ਹੁਣ ਆਪਾਂ ਪੜ੍ਹਦੇ ਹਾਂ, ਦੇਖੋ ਸਵਾਲ ਪੜ੍ਹਨ ਦਾ ਵੀ ਨਜ਼ਾਰਾ ਹੁਣ ਆਊਗਾ। ਕਹਿੰਦਾ BCC allow the recipient to identify all other recipient in the list when the group email address is used। ਕਹਿੰਦਾ BCC allow ਕਰਦਾ allow the recipient to identify all other recipient, ਇਹ ਆਇਡੈਂਟੀਫਾਈ ਕਰਨ ਦੇ ਲਈ ਵਰਤਿਆ ਜਾਂਦਾ ਦੂਜੇ ਐਡਰੈਸ ਜਿਹੜੇ ਆਪਾਂ ਪਾਉਣੇ। ਇਹਨੂੰ ਆਪਾਂ ਛੱਡ ਲੈਂਦੇ ਹਾਂ, ਹਜੇ ਕਲੈਰਿਟੀ ਨਹੀਂ ਹੋਈ। BCC allow the sender to indicate who the email is for if there is a more than one recipient। ਕਹਿੰਦਾ BCC allow ਕਰਦਾ ਸੈਂਡਰ ਨੂੰ, ਭੇਜਣ ਵਾਲੇ ਦੇ ਨਹੀਂ, to indicate who the email is for, ਈਮੇਲ ਕਿਹਦੇ ਲਈ ਹੈ। ਤਾਂ ਗੱਲ ਬਿਲਕੁਲ ਠੀਕ ਨਹੀਂ ਹੈ। ਇਹ ਥੋੜੀ ਦੱਸਦਾ BCC ਵੀ ਈਮੇਲ ਕਿਹਦੇ ਲਈ ਹੈ, ਹਨਾ। ਇਹ ਤਾਂ 2 ਦੇ ਵਿੱਚ ਜਿਹੜੇ ਆਪਾਂ ਐਡਰੈਸ ਪਾਵਾਂਗੇ ਉੱਥੋਂ ਪਤਾ ਲੱਗੂਗਾ ਵੀ ਈਮੇਲ ਕਿਹਦੇ ਲਈ ਹੈ। ਅਗਲਾ BCC allow the sender of the message to conceal the recipient entered in the BCC field from the other recipients। ਇਹ ਗੱਲ ਥੋੜੀ ਜਿਹੀ ਠੀਕ ਲੱਗ ਰਹੀ ਹੈ ਵੀ BCC ਕਹਿੰਦਾ allow ਕਰਦਾ ਸੈਂਡਰ ਨੂੰ, ਸੈਂਡਰ ਆਫ ਈਮੇਲ ਜਿਹੜਾ ਭੇਜਣ ਵਾਲਾ ਹੈ, to conceal ਬਣੇ ਲੁਕਾਉਣਾ, ਹਾਈਡ ਕਰਨਾ, ਦੀ ਰੈਸੀਪੈਂਟ ਐਂਟਰ ਇਨ ਦਾ BCC। ਕਹਿੰਦਾ BCC ਫੀਲਡ ਦੇ ਵਿੱਚ ਜਿਹੜੇ ਵੀ ਆਪਾਂ ਸੈਂਡਰ, ਜਿਹੜੇ ਵੀ ਈਮੇਲ ਐਡਰੈਸ ਪਾਵਾਂਗੇ ਉਹਨਾਂ ਨੂੰ ਹਾਈਡ ਕਰਨ 'ਚ ਹੈਲਪ ਕਰਦਾ। ਬਿਲਕੁਲ ਠੀਕ ਲੱਗ ਰਹੀ ਹੈ ਗੱਲ। ਅਗਲਾ ਪੜ੍ਹਦੇ ਹਾਂ। BCC allow recipient to visible all other recipient of the message। BCC allow recipient to be visible to all other recipient। ਕਹਿੰਦਾ BCC ਬਾਕੀ ਸਾਰਿਆਂ ਨੂੰ ਵਿਜ਼ੀਬਲ ਹੁੰਦਾ, ਨਹੀਂ ਹੁੰਦਾ। ਇਹ ਗਲਤ ਹੋ ਗਈ ਗੱਲ, ਆ ਵੀ ਗਲਤ ਹੈ। ਪਹਿਲਾਂ ਦੁਬਾਰੇ ਪੜ੍ਹਦੇ ਹਾਂ। BCC allow the recipient to identify all other recipient in the list when group email is used। ਇਹ ਵੀ ਕੋਈ ਗੱਲ ਨਹੀਂ ਬਣੀ ਜ਼ਿਆਦਾ। ਕਹਿੰਦਾ BCC allow the recipient to identify all the other। BCC ਥੋੜਾ ਅਲਾਉ ਕਰਦਾ ਹੈ ਦੂਜਿਆਂ ਨੂੰ ਆਇਡੈਂਟੀਫਾਈ ਕਰਨ ਦੇ ਲਈ। ਉਹ ਤਾਂ ਅਸੀਂ 2CC ਦੇ ਵਿੱਚ ਲਿਖਾਂਗੇ, ਉਹ ਐਡਰੈਸ ਆਪਣੇ ਆਪ ਦੇ ਵਿੱਚ ਆਇਡੈਂਟੀਫਾਈ ਹੁੰਦੇ ਨੇ। ਤਾਂ ਆਹ ਗੱਲ ਬਿਲਕੁਲ ਠੀਕ ਆ ਕਿ BCC allow the sender of a message, ਜਿਹੜਾ ਸੈਂਡਰ ਦਾ ਮੈਸੇਜ ਦਾ ਸੈਂਡਰ ਹੁੰਦਾ ਹੈ, ਟੂ ਕਨਸੀਲ ਦੀ ਰੈਸੀਪੈਂਟ ਐਂਟਰਡ ਇਨ ਦੀ BCC ਫੀਲਡ। ਜਿਹੜਾ ਕਹਿੰਦਾ BCC ਫੀਲਡ ਦੇ ਵਿੱਚ ਜਿਹੜੇ ਅਸੀਂ ਇੱਥੇ ਪਾਏ ਹੁੰਦੇ ਨੇ, ਇਹਨਾਂ ਨੂੰ ਕੋਈ ਵੀ ਨਹੀਂ ਦੇਖ ਸਕਦਾ, ਨਾ CC ਵਾਲੇ। ਆ ਦੇਖੋ ਆਪਾਂ ਲਾਇਆ ਇਹਨਾਂ ਨੂੰ, ਆ ਦੇਖੋ ਆ ਰਿਹਾ ਨਾ CC ਵਾਲੇ ਦੇਖ ਸਕਦੇ ਨੇ, ਨਾ ਇਹਨਾਂ ਨੂੰ 2 ਵਾਲੇ ਦੇਖ ਸਕਦੇ ਨੇ, ਨਾ ਇਹ ਆਪਣੇ ਆਪ ਨੂੰ ਦੇਖ ਸਕਦੇ ਨੇ, ਬਟ ਇਹ ਸਾਰਿਆਂ ਨੂੰ ਦੇਖ ਸਕਦੇ ਨੇ। ਤਾਂ ਅਲਾਉ ਕਰਦਾ ਕਨਸੀਲ ਕਰਨ ਦੇ ਲਈ, ਲੁਕਾਉਣ ਦੇ ਲਈ। ਤਾਂ ਫਿਰ ਇਹਦਾ ਆਨਸਰ ਹੈਗਾ C। ਬੜਾ ਜ਼ਬਰਦਸਤ ਸਵਾਲ ਸੀ। ਇਹਨਾਂ ਦੇ ਵਿੱਚੋਂ ਕਾਫੀ ਸਵਾਲ ਪੁੱਛੇ ਜਾਂਦੇ ਨੇ। ਅਗਰ ਤੁਸੀਂ ਐਵੇਂ ਦੇ ਹੋਰ ਕੁਐਸਚਨ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਚੈਪਟਰ ਵਾਈਜ਼, ਆਪਾਂ ਲੈਵਲ ਵਾਈਜ਼ ਸਾਰੇ ਕੁਐਸਚਨ ਕਰਾਏ ਹੋਏ ਨੇ, ਤਾਂ ਤੁਸੀਂ ਗ੍ਰੈਂਡ ਸੀਰੀਜ਼ ਜਾ ਕੇ ਸਵਾਲ ਦੇਖ ਸਕਦੇ ਹੋ। ਅਗਲਾ ਕਹਿੰਦਾ which of the following pairs of communication technology both use asynchronous communication। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਦੇਖਣਾ ਪੈਣਾ ਸਿੰਕਰੋਨਸ ਕਮਿਊਨੀਕੇਸ਼ਨ ਕੀ ਹੁੰਦਾ ਹੈ, ਏਸਿੰਕਰੋਨਸ ਕਮਿਊਨੀਕੇਸ਼ਨ ਕੀ ਹੁੰਦਾ। ਸਭ ਤੋਂ ਪਹਿਲਾਂ ਸਿੰਕਰੋਨਸ ਕਮਿਊਨੀਕੇਸ਼ਨ ਜਿਹੜਾ ਐਟ ਏ ਸੇਮ ਟਾਈਮ ਤੇ ਹੁੰਦਾ। ਜੇ ਮੈਂ ਤੁਹਾਨੂੰ ਫੋਨ ਕਾਲ ਕਰਾਂ ਕਿਸੇ ਵੀ ਬੱਚੇ ਨੂੰ, ਉਹ ਹੋ ਗਿਆ ਸਿੰਕਰੋਨਸ। ਜੇ ਮੈਂ ਤੁਹਾਨੂੰ ਮੈਸੇਜ ਕਰਦਾ, ਈਮੇਲ ਕਰਦਾ, ਉਹ ਹੋ ਗਿਆ ਏਸਿੰਕਰੋਨਸ। ਠੀਕ ਹੈ। ਤਾਂ ਕਿਹੜੀਆਂ ਐਗਜ਼ਾਮਪਲਸ ਨੇ? ਜਿਵੇਂ ਇਨ ਪਰਸਨ ਮੀਟਿੰਗ ਕੀਤੀ ਮੈਂ ਕਿਸੇ ਨਾਲ, ਮੇਰੇ ਸਾਹਮਣੇ ਫੋਨ ਕਾਲ ਕੀਤੀ, ਵੀਡੀਓ ਕਾਨਫਰੰਸਿੰਗ ਕੀਤੀ, ਕਾਫੀ ਬ੍ਰੇਕ ਕਨਵਰਸੇਸ਼ਨ ਹੈ, ਵਰਚੁਅਲ ਮੀਟਿੰਗ ਜ਼ੂਮ ਵੈਬਐਕਸ ਤੇ ਹੋ ਗਈ, ਲਾਈਵ ਆਨਲਾਈਨ ਕਲਾਸਿਸ ਹੋ ਗਈ, ਓਪਨ ਡਿਸਕਸ਼ਨ ਸੈਸ਼ਨ ਹੋ ਗਿਆ, ਲਾਈਵ ਇਵੈਂਟਸ, ਵੈਬੀਨਾਰ ਵਗੈਰਾ, ਸਲੈਕ ਚੈਟ, ਹਨਾ। ਇਹ ਸਾਰੇ ਕੀ ਸੀਗੇ? ਸਿੰਕਰੋਨਸ ਹੈ, ਜਿਹਦੇ ਵਿੱਚ ਐਟ ਏ ਸੇਮ ਟਾਈਮ ਤੇ ਹੋ ਰਿਹਾ ਇੱਕ ਦੂਜੇ ਦੇ ਸਾਹਮਣੇ। ਏਸਿੰਕਰੋਨਸ ਕਿਹੜਾ ਹੁੰਦਾ ਹੈ? ਜਿਹਦੇ ਵਿੱਚ ਟਾਈਮ ਲੈਗ ਹੋਵੇ, ਟਾਈਮ ਦਾ ਗੈਪ ਹੋਵੇ। ਪਹਿਲਾ ਮੈਸੇਜ ਭੇਜਣ ਵਾਲੇ ਤੇ ਪੜ੍ਹਨ ਵਾਲੇ ਦੇ ਵਿੱਚ ਗੈਪ ਹੋਵੇ। ਜਿਵੇਂ ਈਮੇਲ ਹੋ ਗਿਆ, ਹਨਾ, ਫੋਰਮ ਹੋ ਗਿਆ, ਆਨਲਾਈਨ ਡਿਸਕਸ਼ਨਾਂ ਹੋ ਗਈਆਂ, ਔਨ ਡਿਮਾਂਡ ਵੀਡੀਓ ਮੈਸੇਜ ਹੋ ਗਿਆ, ਲੈਟਰ ਤੇ ਡਾਇਰੈਕਟ ਈਮੇਲ, ਟੈਕਸਟ ਮੈਸੇਜ ਕੀਤਾ ਆਪਾਂ, ਡਾਇਰੈਕਟ ਮੈਸੇਜਿੰਗ ਕੀਤੀ, ਹਨਾ, WhatsApp ਤੇ ਜਿਵੇਂ ਆਪਾਂ ਕਰਦੇ ਹਾਂ। ਹੋ ਸਕਦਾ ਬੰਦਾ ਆਨਲਾਈਨ ਨਾ ਹੋਵੇ, ਵੀਡੀਓ ਰਿਕਾਰਡਿੰਗ ਹੋ ਗਈ, ਨੋਟਸ ਐਂਡ ਐਕਸ਼ਨ ਆਈਟਮ ਆਫ ਸ਼ੇਅਰਡ ਸਟ੍ਰੀਮ ਹੋ ਗਿਆ, ਪ੍ਰੀ ਰਿਕਾਰਡਡ ਵੀਡੀਓ ਹੋ ਗਏ, ਰਿਕਾਰਡਿੰਗ ਮੀਟਿੰਗਸ। ਇਹ ਸਾਰੀਆਂ ਕੀ ਨੇ? ਏਸਿੰਕਰੋਨਸ ਨੇ। ਹੁਣ ਪੁੱਛਦਾ ਵੀ ਦੋਨੇ ਫੋਰਮ ਤੇ ਵੀਡੀਓ ਕਾਨਫਰੰਸਿੰਗ। ਫੋਰਮ ਤਾਂ ਆਪਣੇ ਕੋਲੇ ਕਹਿ ਸਕਦੇ ਆ ਵੀ ਏਸਿੰਕਰੋਨਸ ਹੈ, ਬਟ ਵੀਡੀਓ ਕਾਨਫਰੰਸਿੰਗ ਏਸਿੰਕਰੋਨਸ ਨਹੀਂ ਹੈ। ਇੰਸਟੈਂਟ ਮੈਸੇਜਿੰਗ ਐਂਡ ਫੋਰਮ, ਇੰਸਟੈਂਟ ਮੈਸੇਜਿੰਗ ਤੇ ਫੋਰਮ ਵੀ ਦੋਨੋਂ ਏਸਿੰਕਰੋਨਸ ਨੇ। ਈਮੇਲ ਤੇ ਇੰਸਟੈਂਟ ਮੈਸੇਜਿੰਗ, ਇੱਕ ਮਿੰਟ ਗਲਤੀ ਹੋ ਗਈ, ਹਾਂ, ਇੰਸਟੈਂਟ ਮੈਸੇਜਿੰਗ ਨੂੰ ਆਪਾਂ ਸਿੰਕਰੋਨਸ ਦੇ ਵਿੱਚ ਰੱਖ ਸਕਦੇ ਹਾਂ। ਇੰਸਟੈਂਟ ਮੈਸੇਜਿੰਗ ਇੱਥੇ ਕਰਕੇ ਨਹੀਂ ਮੈਂਸ਼ਨ ਕੀਤਾ ਹੋਇਆ। ਹਾਂ, ਇੰਸਟੈਂਟ ਮੈਸੇਜਿੰਗ ਨੂੰ ਆਪਾਂ ਇੱਥੇ ਲਿਖ ਵੀ ਲਿਓ। ਇੰਸਟੈਂਟ ਮੈਸੇਜਿੰਗ ਸਿੰਕਰੋਨਸ ਹੋ ਸਕਦਾ ਜਦੋਂ ਦੋਨੋਂ
ਟਾਈਮ ਤੇ ਆਪਾਂ ਕਿਸੇ ਨਾਲ ਚੈਟਿੰਗ ਕਰਦੇ ਹਾਂ, ਉਹ ਸਿੰਕਰੋਨਸ ਤੇ ਐਸਿੰਕਰੋਨਸ ਦੋਨੋਂ ਹੋ ਸਕਦੇ ਨੇ। ਠੀਕ ਆ, ਤਾਂ ਇੱਥੇ ਜਦੋਂ ਆਪਾਂ ਨੂੰ ਪੁੱਛਿਆ ਈਮੇਲ ਹੈ ਜਿਹੜਾ ਏਸਿੰਕਰੋਨਸ ਹੈ, ਬਟ ਇਨਸਟੈਂਟ ਮੈਸੇਜਿੰਗ ਹੈ, ਪੂਰੇ ਤੌਰ ਤੇ ਇਹ ਸਿੰਕਰੋਨਸ ਨਹੀਂ ਹੈ। ਤਾਂ ਈਮੇਲ ਤੇ ਫੋਰਮ ਆਹ ਜ਼ਿਆਦਾ ਐਪਰੋਪਰੀਏਟ ਬਣਦਾ ਮੈਨੂੰ ਲੱਗਦਾ, ਤਾਂ ਬੀ ਆਨਸਰ ਹੈ। ਈਮੇਲ ਤੇ ਫੋਰਮ ਨੇ ਜਿਹੜੇ ਇਨਸਟੈਂਟ ਈਮੇਲ ਤੇ ਫੋਰਮ ਨੇ ਜਿਹੜੇ ਏਸਿੰਕਰੋਨਸ ਕਮਿਊਨੀਕੇਸ਼ਨ ਦੇ ਅੰਡਰ ਆਉਂਦੇ ਨੇ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਇਜ਼ ਟਰੂ ਹੋ ਗਿਆ, ਇਜ਼ ਫਾਲਸ ਆ ਜੇ ਫਿਰ ਆਪਸ਼ਨ ਬਦਲੀ ਜਾਓ। ਇਜ਼ ਟਰੂ ਦੀ ਥਾਂ ਤੇ ਕਰੈਕਟ ਆ ਸਕਦਾ, ਇਜ਼ ਕਰੈਕਟ, ਫਾਲਸ ਦੀ ਥਾਂ ਤੇ ਇਨਕਰੈਕਟ ਆ ਸਕਦਾ। ਦੋਨਾਂ ਲਈ ਆਪਸ਼ਨ ਤੁਹਾਨੂੰ ਆਨਸਰ ਕਰਾ ਦੇਣਾ। ਕਹਿੰਦਾ ਮਾਈਕਰੋ ਬਲੌਗਿੰਗ ਇਜ਼ ਏ ਪ੍ਰੈਕਟਿਸ ਆਫ ਪੋਸਟਿੰਗ ਸਮਾਲ ਪੀਸ ਆਫ ਕੰਟੈਂਟ ਔਨ ਦੀ ਇੰਟਰਨੈਟ ਥਰੂ ਦੀ ਸਿਸਟਮ ਸੱਚ ਐਸ ਟਵਿੱਟਰ। ਕਹਿੰਦਾ ਮਾਈਕਰੋ ਬਲੌਗਿੰਗ ਉਹ ਹੁੰਦੀ ਹੈ ਜਿਹਦੇ ਵਿੱਚ ਸਮਾਲ ਪੀਸ ਆਫ ਇਨਫੋਰਮੇਸ਼ਨ ਅਸੀਂ ਆਨਲਾਈਨ ਇੰਟਰਨੈਟ ਤੇ ਪੋਸਟ ਕਰਦੇ ਨੇ, ਜਿਵੇਂ ਟਵਿੱਟਰ। ਇਹ ਬਿਲਕੁਲ ਠੀਕ ਆ, ਟਵਿੱਟਰ ਵਾਲਾ ਵੀ ਆਪਾਂ ਸੋਸ਼ਲ ਮੀਡੀਆ ਵਾਲੀਆਂ ਵੀਡੀਓਜ਼ ਦੇ ਵਿੱਚ ਕਰਾ ਚੁੱਕੇ ਹਾਂ ਵੀ ਇਹ 280 ਕਰੈਕਟਰ ਹੀ ਅਲਾਉ ਕਰਦਾ, ਤਾਂ ਬਿਲਕੁਲ ਠੀਕ ਹੈ। ਟਵਿੱਟਰ ਇਜ਼ ਮਾਈਕਰੋ ਬਲੌਗਿੰਗ ਐਪ ਆ, ਤਾਂ ਪਹਿਲਾਂ ਠੀਕ ਆ, ਟਰੂ ਪੁੱਛਿਆ ਉਹਨੇ, ਤਾਂ ਆ ਆਨਸਰ ਨਹੀਂ ਹੋ ਇਹ ਹੋ ਸਕਦਾ, ਆ ਆਨਸਰ ਨਹੀਂ ਹੋ ਸਕਦਾ, ਆ ਨਹੀਂ ਹੋ ਸਕਦਾ। ਤਾਂ 50% ਚਾਂਸ ਹੋ ਗਏ ਵੀ ਆ ਦੋਨੋਂ ਹੋ ਸਕਦੇ ਨੇ। ਅਗਲਾ ਸਰਚ ਇੰਜਨ ਆਲਸੋ ਨੋਨ ਐਜ਼ ਵੈਬ ਬਰਾਊਜ਼ਰ। ਇਹ ਤਾਂ ਗੱਲ ਗਲਤ ਹੋ ਗਈ। ਸਰਚ ਇੰਜਨ ਕੁਝ ਹੋਰ ਚੀਜ਼ ਹੁੰਦੀ ਹੈ, ਵੈਬ ਬਰਾਊਜ਼ਰ ਹੋਰ ਹੁੰਦਾ। ਵੈਬ ਬਰਾਊਜ਼ਰ ਤਾਂ ਇੱਕ ਸੌਫਟਵੇਅਰ ਹੁੰਦਾ ਜਿਹੜਾ ਯੂਜ਼ਰ ਦੇ ਕੰਪਿਊਟਰ ਦੇ ਵਿੱਚ ਇੰਸਟਾਲਡ ਹੁੰਦਾ ਹੈ, ਤੇ ਸਰਚ ਇੰਜਨ ਜਿਹੜਾ ਪੂਰੀ ਦੁਨੀਆ ਤੋਂ ਵਰਲਡ ਵਾਈਡ ਵੈਬ ਤੋਂ ਡਾਟਾ ਸਰਚ ਕਰਕੇ ਲੈ ਕੇ ਆਉਂਦਾ। ਤਾਂ ਪਹਿਲਾਂ ਹੀ ਠੀਕ ਹੈ, ਤਾਂ ਆਨਸਰ ਏ ਹੈ। ਜੇ ਹੁੰਦਾ ਆਨਸਰ ਇਫ ਆਸਕਡ, ਏ ਐਸ ਆਉਣਾ ਚਾਹੀਦਾ। ਇਫ ਆਸਕਡ ਇਨਕਰੈਕਟ ਜਾਂ ਫਾਲਸ, ਦੈਨ ਆਨਸਰ ਕੀ ਹੋਣਾ ਹੈ? ਗਲਤ ਕਿਹੜਾ ਇਹਦੇ ਚੋਂ? ਓਨਲੀ 2, ਫਿਰ ਆਨਸਰ ਹੋ ਜਾਣਾ ਸੀ ਬੀ। ਠੀਕ ਹੈ, ਇਸ ਤਰੀਕੇ ਨਾਲ ਆਨਸਰ ਬਦਲਦੇ ਨੇ। ਹੁਣ ਆਨਸਰ ਏ ਹੈ। ਅਗਲਾ ਸਵਾਲ ਕਹਿੰਦਾ ਇਨ ਵਰਡ ਪ੍ਰੋਸੈਸਿੰਗ ਐਂਡ ਡੈਸਕਟਾਪ ਪਬਲਿਸ਼ਿੰਗ ਦਾ ਟਰਮਸ ਪੋਰਟਰੇਟ ਐਂਡ ਲੈਂਡਸਕੇਪ ਰੈਫਰਸ ਟੂ। ਇਹ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾ ਦਿੰਦਾ। ਪੁੱਛ ਰਿਹਾ, ਕਹਿੰਦਾ ਡੈਸਕਟਾਪ ਪਬਲਿਸ਼ਿੰਗ ਦੇ ਵਿੱਚ ਵਰਡ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ, ਪੋਰਟਰੇਟ ਤੇ ਲੈਂਡਸਕੇਪ ਕੀ ਹੁੰਦੇ ਨੇ? ਓਰੀਐਂਟੇਸ਼ਨ ਦੇ ਅੰਡਰ ਆਉਂਦੇ ਨੇ ਇਹ। ਪੇਜ ਆਪਾਂ ਬੋਲ ਸਕਦੇ ਹਾਂ ਇਸਨੂੰ, ਪੇਜ ਓਰੀਐਂਟੇਸ਼ਨ ਦੇ ਅੰਡਰ ਆਉਂਦੀਆਂ ਨੇ ਚੀਜ਼ਾਂ। MS ਵਰਡ ਦੇ ਵਿੱਚ ਆਪਾਂ ਕਲੀਅਰ ਕਰ ਲੈਣੇ ਆ, ਜ਼ਿਆਦਾ ਆਪਾਂ ਨੂੰ ਕਲੀਅਰ ਹੋ ਜੂ। ਟੈਬਸ ਦੇ ਵਿੱਚੋਂ ਵੀ ਸਵਾਲ ਪੁੱਛ ਲਏ ਜਾਂਦੇ ਨੇ, ਜਿਵੇਂ ਲੇਆਊਟ ਟੈਬ ਦੇ ਵਿੱਚ ਆਉਂਦਾ ਇਹ ਓਰੀਐਂਟੇਸ਼ਨ। ਓਰੀਐਂਟੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਪੋਰਟਰੇਟ ਤੇ ਲੈਂਡਸਕੇਪ। ਠੀਕ ਹੈ, ਇਹੀ ਆਪਾਂ ਨੂੰ ਉਹਨੇ ਸਵਾਲ ਪੁੱਛਿਆ ਸੀਗਾ, ਉਹਦੇ ਹਿਸਾਬ ਨਾਲ ਹੀ ਬੜਾ ਸੌਖਾ ਬਣਦਾ। ਪੈਰਾਗ੍ਰਾਫ ਫਾਰਮੈਟਿੰਗ ਨਹੀਂ ਹੈ ਇਹ। ਜਾਂ ਆਪਾਂ ਨੂੰ ਇੱਥੇ ਇਹ ਵੀ ਪੁੱਛ ਸਕਦਾ ਵੀ ਇਹ ਕਿਹੜੀ ਟੈਬ 'ਚ ਆਉਂਦਾ, ਤਾਂ ਇਹ ਲੇਆਊਟ ਟੈਬ ਦੇ ਵਿੱਚ ਆਉਂਦਾ। ਇੱਥੇ ਮਾਰਜਨ ਵਗੈਰਾ ਸੈੱਟ, ਸਾਈਜ਼ ਵਗੈਰਾ, 2 ਕਾਲਮ ਵਗੈਰਾ ਕਰਨਾ, 3 ਕਾਲਮ, ਲੈਫਟ ਰਾਈਟ ਮਾਰਜਨ, ਇਹ ਸਾਰਾ ਇਸ ਦੇ ਅੰਡਰ ਹੀ ਆਉਂਦਾ। ਠੀਕ ਹੈ ਜੀ, ਕਲੀਅਰ ਹੋਈ ਗੱਲ? ਤਾਂ ਆਨਸਰ ਇਹਦਾ ਬੀ, ਪੇਜ ਓਰੀਐਂਟੇਸ਼ਨ। ਅਗਲਾ ਸਵਾਲ ਹੈ ਇਨ ਮਾਈਕਰੋਸਾਫਟ ਪਾਵਰਪੁਆਇੰਟ ਦੀ ਬੈਸਟ ਵੇ ਟੂ ਇਨਸਰਟ ਦਾ ਨਿਊ ਸਲਾਈਡ ਇਨ ਪ੍ਰੈਜੈਂਟੇਸ਼ਨ ਇਜ਼ ਟੂ ਯੂਜ਼ ਦੀ ਡੈਸ਼ ਵਿਊ। ਕਿਹੜਾ ਵਿਊ ਆਪਾਂ ਯੂਜ਼ ਕਰ ਸਕਦੇ? ਨਾਰਮਲ ਵਿਊ, ਸਪੈਸ਼ਲ ਵਿਊ, ਸਲਾਈਡ ਸ਼ੋ ਵਿਊ, ਸਲਾਈਡ ਸੌਰਟਰ ਵਿਊ। ਇਹਦਾ ਜਿਹੜਾ ਆਨਸਰ ਹੈ, ਜਿਹੜਾ ਮੈਨੂੰ PDF ਮਿਲੀ ਹੈ ਬੱਚਿਆਂ ਨੇ ਵੀ ਉਹਦੇ ਚ ਡੀ ਆਨਸਰ ਦਿੱਤਾ ਹੋਇਆ, ਜਿਹੜਾ ਕਿ ਰੋਂਗ ਆ। ਮੈਨੂੰ ਨਹੀਂ ਪਤਾ ਇਹਦੇ ਤੇ ਆਬਜੈਕਸ਼ਨ ਲੱਗੀ ਹੈ ਕਿ ਨਹੀਂ। ਆਨਸਰ ਕੀ ਕਿਵੇਂ ਉਹ ਬੋਰਡ ਦੁਆਰਾ ਜਿਨ੍ਹਾਂ ਨੇ ਪੇਪਰ ਲਿਆ ਸੀ ਉਹਨਾਂ ਦੁਆਰਾ ਆਨਸਰ ਕੀ ਪਾਈ ਹੈ ਜਿਵੇਂ ਦੀ, ਬਟ ਇਹਦਾ ਆਨਸਰ ਡੀ ਨਹੀਂ ਹੈਗਾ, ਆਨਸਰ ਹੈਗਾ ਏ, ਨਾਰਮਲ ਵਿਊ। ਪਹਿਲਾਂ ਆਪਾਂ ਵਿਊ ਦੇਖ ਲੈਂਦੇ ਹਾਂ, ਪਾਵਰ ਪੁਆਇੰਟ ਦੇ ਵਿੱਚ ਕਿਹੜੇ ਕਿਹੜੇ ਵਿਊ ਹੁੰਦੇ ਨੇ? ਨਾਰਮਲ ਵਿਊ, ਆਊਟਲਾਈਨ ਵਿਊ, ਸਲਾਈਡ ਸੌਰਟਰ ਵਿਊ, ਨੋਟ ਪੇਜ ਵਿਊ ਤੇ ਰੀਡਿੰਗ ਵਿਊ। ਠੀਕ ਹੈ, ਇਹ ਵਿਊ ਹੁੰਦੇ ਨੇ। ਆਹ ਮਾਸਟਰ ਵਿਊ ਆ ਜਾਂਦੇ ਨੇ 3। ਸੋ ਇਹਨਾਂ ਦੇ ਵਿੱਚੋਂ ਜੇ ਸਾਰੇ ਵਿਊ ਪੜ੍ਹਨੇ ਨੇ ਤੁਸੀਂ ਦਿੱਤੇ ਹੋਏ ਨੇ, ਜਿਵੇਂ ਨਾਰਮਲ ਵਿਊ ਹੈ, ਦੀ ਡਿਫਾਲਟ ਵਿਊ ਆਫ ਪਾਵਰ ਪੁਆਇੰਟ, ਯੂ ਕੈਨ ਸੀ ਬੋਥ slide thumbnail on left hand side and main editing area on the right hand side। ਆ ਦੇਖੋ, ਆ ਆਪਾਂ ਜਿਵੇਂ ਇਹ ਨਾਰਮਲ ਵਿਊ ਚ ਖੁੱਲੀ ਹੋਈ ਆ, ਤਾਂ ਇਹਦੇ ਵਿੱਚੋਂ ਆਹ ਲੈਫਟ ਹੈਂਡ ਸਾਈਡ ਤੇ ਹੋ ਗਿਆ ਥੰਬਨੇਲ, ਇਹਨੂੰ ਆਪਾਂ ਥੰਬਨੇਲ ਬੋਲਦੇ ਆ। ਹਰੇਕ ਸਲਾਈਡ ਦਾ ਜੇ ਛੋਟਾ ਵਿਊ ਦਿਖੇ ਉਹਨੂੰ ਥੰਬਨੇਲ ਬੋਲਦੇ ਆ। ਲੈਫਟ ਹੈਂਡ ਸਾਈਡ ਤੇ ਥੰਬਨੇਲ, ਰਾਈਟ ਹੈਂਡ ਸਾਈਡ ਤੇ ਐਡੀਟਿੰਗ ਏਰੀਆ, ਉਹੀ ਚੀਜ਼ ਇੱਥੇ ਲਿਖੀ ਹੋਈ ਆ। ਕਹਿੰਦਾ this view is best for inserting new slide, editing slide and adding text and objects to slides। ਤਾਂ ਇਹ ਵਿਊ ਜਿਹੜਾ ਬੈਸਟ ਮੰਨਿਆ ਜਾਂਦਾ, ਤਾਂ ਕਰਕੇ ਇਹਦਾ ਆਨਸਰ ਨਾਰਮਲ ਵਿਊ ਹੈ।
ਹੋਰ ਵੀ ਬਹੁਤ ਸਾਰੇ ਵਿਊ ਨੇ, ਸਲਾਈਡ ਸੌਰਟਰ ਵਿਊ, ਤੁਸੀਂ ਪੜ੍ਹਨਾ ਪੜ੍ਹ ਸਕਦੇ ਹੋ ਇਨਫੋਰਮੇਸ਼ਨ। ਤਾਂ ਇਹਦੇ ਵਿੱਚੋਂ ਸ਼ਾਰਟਕਟ ਵੀ ਹੁੰਦਾ, ਕੰਟਰੋਲ M ਕਰਾਂਗੇ, ਦੇਖੋ ਨਵੀਂ ਸਲਾਈਡ ਐਡ ਹੋ ਜਾਂਦੀ ਹੈ। ਕਲੀਅਰ ਹੈ? ਸੋ ਇਸ ਨੂੰ ਅਪਡੇਟ ਕਰ ਲਿਓ। ਅਗਰ ਤੁਸੀਂ ਨਾਰਮਲ ਵਿਊ ਦੀ ਜਗ੍ਹਾ ਤੇ ਸਲਾਈਡ ਸੌਰਟਰ ਹੀ ਪੜ੍ਹ ਰਹੇ ਹੋ ਤਾਂ ਆਨਸਰ ਇਹਦਾ A ਹੈ, ਨਾਰਮਲ ਵਿਊ। ਸੋ ਇਹ ਸੀਗੇ ਚੰਡੀਗੜ੍ਹ ASI 2022 ਦੇ ਪੇਪਰ ਦੇ ਵਿੱਚ ਪੁੱਛੇ ਗਏ ਕੰਪਿਊਟਰ ਦੇ ਸਵਾਲ। ਇਹ ਪਾਰਟ 1 ਆਪਾਂ ਡਿਸਕਸ ਕੀਤਾ। ਪਾਰਟ 2 ਦੇ ਵਿੱਚ ਇਫ ਸਟੇਟਮੈਂਟ ਬਾਰੇ ਫਾਰਮੂਲੇ ਨੇ, 3 ਸਵਾਲ ਨੇ, ਉਹ ਬੜੇ ਵਧੀਆ ਕੁਐਸਚਨ ਪੁੱਛੇ ਗਏ ਨੇ, ਉਹਨਾਂ ਨੂੰ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਵੇਂ ਦੀ ਲੱਗੀ। ਉਹ ਜਿਹੜੇ ਐਕਸਲ ਦੇ ਵਿੱਚ ਇਫ ਸਟੇਟਮੈਂਟਸ ਨੇ ਉਹ ਆਪਾਂ ਡਿਟੇਲ ਦੇ ਵਿੱਚ ਕਰਾਵਾਂਗੇ, ਉਹਦੇ ਨਾਲ ਮਿਲਦੇ ਹੋਰ ਵੀ ਸਵਾਲ ਕਰਾਉਣੇ ਪੈਣਗੇ। ਹੋ ਸਕਦਾ ਵੀਡੀਓ ਥੋੜੀ ਜਿਹੀ ਲੰਬੀ ਹੋ ਜੇ, ਕੋਸ਼ਿਸ਼ ਕਰੂੰਗਾ ਮੈਂ ਇੱਕੋ ਵੀਡੀਓ ਦੇ ਵਿੱਚ ਕਵਰ ਅਪ ਕਰ ਦਈਏ। ਤੇ ਅਗਰ ਤੁਸੀਂ ਚੈਨਲ ਦੇ ਨਾਲ ਪਹਿਲੀ ਵਾਰੀ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ। ਤੇ ਇਹਦਾ PDF ਦੀ ਫਾਰਮ ਦੇ ਵਿੱਚ ਕੰਟੈਂਟ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ, ਹਨਾ। ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਜਿੰਨੇ ਵੀ ਗਰੁੱਪ ਤੁਹਾਡੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।